ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਨਿਤ ਧਿਆਵੋ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਵਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਅੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਪੁਨ ਬੰਦਨ ਤਵ ਪਦ ਭਗਵੰਤਾ ਸੁਨੋ ਪਇਓ ਜਿਵ ਮਮ ਵਿਰਤੰਤਾ ਤੁਮ ਅੰਤਰ ਜਾਮੀ ਸਭ ਜਾਨੋ ਤਦਪ ਨਿਦੇਸ਼ੇ ਮਨ ਬਖਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ गुरु रूप गुरु खालसा साध संगत जियो। जिनके भाग बड़े हैं भाई तिन साधु संग मुख जुरे। महावाक अनुसार गुरु की संगत गुरु के सिख बड़े भागां वाले हैं। जो सतगुरु महाराज श्री गुरु तेग बहादुर साहब जी नौवें पातशाह जी दे पावन पवित्र इतिहासक अस्थान गुरुद्वारा श्री दुख निवारण साहिब जी विखे गरीब नवाज अंतरजामी सतगुरु श्री गुरु ग्रंथ साहिब जी के पवित्र चरणों च बसंत पंचमी के महान जोड़ मेलिਆਂ की हाजरी भर रहे हो। ये पवित्र पावन दिहाड़ा है जदों महाराज नौवें पातशाह जी ने इस इलाके चरण पा के इत्थों दे लोकां दे दुखां नूं दूर कीता, सदा सदा वास्ते सुखां दी दात बख्शी है। तेग बहादुर सिमरिया
ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇਸ ਪਾਵਨ ਅਸਥਾਨ ਤੇ ਗੁਰੂ ਕੀਆਂ ਸੰਗਤਾਂ ਹਰ ਸਾਲ, ਵੈਸੇ ਤਾਂ ਹਰ ਪੰਚਵੀਂ ਤੇ ਹੀ ਮਹਾਨ ਜੋੜ ਮੇਲੇ ਹੁੰਦੇ ਹਨ, ਇਕੱਤਰਤਾ ਹੁੰਦੀ ਹੈ, ਪਰ ਬਸੰਤ ਪੰਚਮੀ ਦਾ ਵਿਸ਼ੇਸ਼ ਕਰਕੇ ਵੱਡਾ ਸਮਾਗਮ ਸਾਲਾਨਾ ਅੱਜ ਆਪਾਂ ਮਨਾ ਰਹੇ। ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਦੇ ਵਿਆਹ ਦਾ ਸਮਾਗਮ, ਵਿਆਹ ਦਾ ਪੂਰਬ ਸੰਗਤਾਂ ਗੁਰੂ ਕੇ ਲਾਹੌਰ ਵਿਖੇ ਮਨਾਉਂਦੀਆਂ ਹਨ। ਜਦੋਂ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਲਗੀਧਰ ਪਾਤਸ਼ਾਹ ਜੀ, ਆਪ ਜੀ ਬਰਾਤ ਲੈ ਕੇ ਲਾਹੌਰ ਆਓ, ਸਾਡੀ ਸੁਪੁੱਤਰੀ ਮਾਤਾ ਜੀਤਾ ਜੀ ਨੂੰ ਵਿਆਹ ਕੇ ਸ੍ਰੀ ਅਨੰਦਪੁਰ ਸਾਹਿਬ ਡੋਲਾ ਲੈ ਕੇ ਆਓ। ਲਾਹੌਰ ਦੀਆਂ ਸੰਗਤਾਂ ਬੜੀ ਉਤਸੁਕਤਾ ਦੇ ਨਾਲ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਅਸੀਂ ਇੱਥੇ ਹੀ ਗੁਰੂ ਕਾ ਲਾਹੌਰ ਵਸਾ ਦਿਆਂਗੇ, ਤੁਸੀਂ ਇੱਥੇ ਹੀ ਆਪਣੀਆਂ ਦੁਕਾਨਾਂ ਤੇ ਆਪਣਾ ਸਾਰਾ ਅਸਬਾਬ ਲੈ ਕੇ ਆ ਜਾਣਾ। ਗੁਰੂ ਸਾਹਿਬ ਦੇ ਹੁਕਮ ਨੂੰ ਕੌਣ ਮਿਟ ਸਕਦਾ ਸੀ। ਗੁਰੂ ਕੀਆਂ ਸੰਗਤਾਂ ਨੇ ਵੈਸਾ ਹੀ ਬੰਦੋਬਸਤ ਕਰ ਲਿਆ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਸੀ। ਗੁਰੂ ਕੇ ਲਾਹੌਰ ਦੀ ਰਚਨਾ ਹੋਈ, ਵੱਖਰੇ ਵੱਖਰੇ ਬਾਜ਼ਾਰ ਲੱਗੇ, ਸਾਰੀਆਂ ਸੁਵਿਧਾਵਾਂ ਜੋ ਵਿਆਹ ਵਿੱਚ ਚਾਹੀਦੀਆਂ ਹਨ, ਜੋ ਬਾਜ਼ਾਰ ਵਿੱਚ ਹੋਣਾ ਚਾਹੀਦਾ, ਸਾਰਾ ਉੱਥੇ ਹੋ ਗਿਆ। ਕਿਉਂਕਿ ਸਾਧ ਸੰਗਤ ਜੀ, ਜਿੰਨੀ ਸ੍ਰਿਸ਼ਟੀ ਦੀ ਰਚਨਾ ਹੈ, ਇਹ ਸਾਰੀ ਰਚਨਾ ਪਰਮੇਸ਼ਰ ਦੇ ਫੁਰਨੇ ਨਾਲ ਹੀ ਹੋਈ ਹੈ। ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤੇ ਉਸੇ ਫੁਰਨੇ ਨਾਲ ਮਹਾਰਾਜ ਕਲਗੀਧਰ ਜੀ ਨੇ ਗੁਰੂ ਕਾ ਲਾਹੌਰ ਰਚ ਲਿਆ। ਉੱਥੇ ਸਤਿਗੁਰੂ ਜੀ ਦਾ ਆਨੰਦ ਕਾਰਜ ਮਾਤਾ ਜੀ ਨਾਲ ਹੋਇਆ। ਜਦੋਂ ਵਿਆਹ ਤੋਂ ਅਗਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਭਾਈ ਸੰਗੋ ਸ਼ਾਹ ਜੀ, ਜੀਤਮਲ ਜੀ, ਮਾਰੀ ਚੰਦ ਜੀ, ਗੰਗਾ ਰਾਮ ਜੀ, ਮਾਮਾ ਕਿਰਪਾਲ ਚੰਦ ਤੇ ਪੰਡਤ ਦਇਆ ਰਾਮ ਜੀ ਸਮੇਤ ਤਿਆਰ ਬਰ ਤਿਆਰ ਹੋ ਕੇ ਸ਼ਿਕਾਰ ਨੂੰ ਚੜ੍ਹੇ। ਧੋਬੀ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ, ਆਪ ਜੀ ਦੇ ਤੇ ਬਰਾਤੀਆਂ ਦੇ ਬਸਤਰ ਬਹੁਤ ਪਏ ਹਨ ਸੋਧਣ ਵਾਲੇ। ਇੱਥੇ ਪਹਾੜਾਂ ਵਿੱਚ ਪਾਣੀ ਦੀ ਕਿੱਲਤ ਹੈ, ਜਲ ਦੀ ਕਮੀ ਕਰਕੇ ਅਸੀਂ ਬਸਤਰ ਸਫਾਈ ਨਹੀਂ ਕਰ ਸਕਦੇ, ਕਿਰਪਾ ਕਰੋ ਕੋਈ ਜਲ ਦਾ ਸੋਮਾ ਪ੍ਰਗਟ ਕਰੋ। ਉਸ ਵੇਲੇ ਭਾਈ ਸੰਗੋ ਸ਼ਾਹ ਦੇ ਹੱਥ ਵਿੱਚ ਬੜੀ ਭਾਰੀ ਬਰਛਾ, ਜੰਗੀ ਬਰਛਾ ਸੀ। ਉਹ ਵੱਡਾ ਬਰਛਾ ਸਤਿਗੁਰੂ ਜੀ ਨੇ ਲੈ ਕੇ ਪਹਾੜ ਵਿੱਚ ਮਾਰਿਆ ਤੇ ਸੰਗੋ ਸ਼ਾਹ ਨੂੰ ਕਹਿੰਦੇ, ਭਰਾ ਜੀ ਜਰਾ ਪੁੱਟੋ ਇਸ ਨੂੰ। ਸੰਗੋ ਸ਼ਾਹ ਨੇ ਜ਼ੋਰ ਲਾ ਲਿਆ, ਉਹ ਪੁੱਟਿਆ ਨਹੀਂ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਟਿਆ ਤਾਂ ਉੱਥੋਂ ਜਲ ਦੀ ਬੰਬ ਨਿਕਲੀ। ਦੂਸਰਾ, ਜਦੋਂ ਇਹ ਪਹਿਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਮਾ ਪ੍ਰਗਟ ਕਰ ਲਿਆ ਤੇ ਭਾਈ ਸੰਗੋ ਸ਼ਾਹ ਦੇ ਮਨ 'ਚ ਫੁਰਨਾ ਹੋਇਆ ਵੀ ਜੇ ਮੈਂ ਥੱਲੇ ਹੁੰਦਾ ਤਾਂ ਮੈਂ ਪੁੱਟ ਲੈਂਦਾ, ਘੋੜੇ ਤੋਂ ਮੇਰੇ ਤੋਂ ਨਹੀਂ ਪੁੱਟਿਆ ਗਿਆ। ਮਹਾਰਾਜ ਨੇ ਦੂਸਰੀ ਵਾਰ ਬਰਛਾ ਮਾਰ ਕੇ ਕਿਹਾ, ਭਾਈ ਸੰਗੋ ਸ਼ਾਹ ਜੀ ਤੁਸੀਂ ਜਰਾ ਘੋੜੇ ਤੋਂ ਉਤਰ ਕੇ ਪੁੱਟਣ ਦੀ ਕੋਸ਼ਿਸ਼ ਕਰੋ। ਦੂਜੀ ਵਾਰ ਵੀ ਭਾਈ ਸੰਗੋ ਸ਼ਾਹ ਘੋੜੇ ਤੋਂ ਉਤਰ ਕੇ ਜ਼ੋਰ ਲਾ ਥੱਕੇ, ਬਰਛਾ ਪੁੱਟਿਆ ਨਹੀਂ ਗਿਆ। ਸਤਿਗੁਰੂ ਜੀ ਨੇ ਪੁੱਟਿਆ, ਦੂਸਰੀ ਬੰਬ ਪਾਣੀ ਦੀ ਪ੍ਰਗਟ ਹੋਈ, ਸੋਮਾ ਚੱਲਿਆ। ਭਾਈ ਜੀਤਮਲ ਛੋਟੇ ਸਨ, ਉਹਨਾਂ ਦੇ ਮਨ 'ਚ ਫੁਰਨਾ ਆ ਗਿਆ, ਜੇ ਮੈਂ ਭਰਾ ਦੀ ਥਾਂ ਤੇ ਹੁੰਦਾ ਮੈਂ ਪੁੱਟ ਦੇਣਾ ਸੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਨੇ ਤੀਜੀ ਵਾਰ ਫੇਰ ਬਰਛਾ ਪਹਾੜ 'ਚ ਮਾਰਿਆ। ਭਰਾ ਜੀਤਮਲ ਜੀ ਤੁਸੀਂ ਵੇਖੋ ਜਰਾ ਪੁੱਟ ਕੇ। ਜੀਤਮਲ ਨੇ ਜ਼ੋਰ ਲਾ ਲਿਆ, ਉਹਨਾਂ ਕੋਲੋਂ ਵੀ ਨਹੀਂ ਪੁੱਟਿਆ ਗਿਆ ਤੇ ਫਿਰ ਸਤਿਗੁਰੂ ਜੀ ਨੇ ਪੁੱਟ ਦਿੱਤਾ। ਤੀਸਰੀ ਉੱਥੋਂ ਜਦੋਂ ਬੰਬ ਪ੍ਰਗਟ ਹੋਈ ਤੇ ਬਚਨ ਕੀਤਾ, ਇਹ ਸਾਡੀ ਤ੍ਰਿਵੇਣੀ ਹੈ। ਜਿਵੇਂ ਇਲਾਹਾਬਾਦ, ਪ੍ਰਯਾਗ, ਗੰਗਾ, ਜਮਨਾ, ਸਰਸਤੀ ਦਾ ਸੰਗਮ ਤ੍ਰਿਵੇਣੀ ਹੈ, ਇਹ ਗੁਰੂ ਕੀ ਤ੍ਰਿਵੇਣੀ। ਗੁਰੂ ਕੇ ਲਾਹੌਰ ਵਿੱਚ ਸੰਗਤਾਂ ਇੱਥੇ ਇਸ਼ਨਾਨ ਕਰਨਗੀਆਂ, ਜਲ ਛਕਿਆ ਕਰਨਗੀਆਂ। ਆਉਣ ਵਾਲੇ ਸਮੇਂ ਵਿੱਚ ਸਾਡੇ ਵਿਆਹ ਦੀ ਯਾਦਗਾਰ ਕਾਇਮ ਰਹੇਗੀ। ਇਸ ਤਰ੍ਹਾਂ ਦੇ ਬੇਅੰਤ ਕੌਤਕ ਕੀਤੇ ਸਨ। ਸੋ ਗੁਰੂ ਕਾ ਲਾਹੌਰ ਸਾਧ ਸੰਗਤ ਜੀ, ਉਹ ਵੀ
ਅੱਜ ਉੱਥੇ ਮਹਾਨ ਜੋੜ ਮੇਲਾ ਸੰਗਤਾਂ ਮਨਾਉਂਦੀਆਂ ਨੇ। ਨਗਰ ਕੀਰਤਨ ਵੀ ਹੁੰਦਾ ਹੈ। ਗੁਰਦੁਆਰਾ ਸਿਹਰਾ ਸਾਹਿਬ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜ ਪਿਆਰੇ ਸਾਹਿਬਾਨ ਨਗਰ ਕੀਰਤਨ ਦੇ ਰੂਪ ਵਿੱਚ ਕੀਰਤਨ ਕਰਦੀਆਂ ਸੰਗਤਾਂ ਗੁਰੂ ਕੇ ਲਾਹੌਰ ਪਹੁੰਚਦੀਆਂ ਹਨ ਅਤੇ ਉੱਥੇ ਜੋੜ ਮੇਲਾ ਸੰਗਤਾਂ ਦਾ ਸਵਾਗਤ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਬਰਾਤ ਦਾ ਕੀਤਾ ਜਾਂਦਾ ਹੈ। ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਵਿਆਹ ਦੀ ਯਾਦ ਮਨਾਈ ਜਾਂਦੀ ਹੈ, ਉੱਥੇ ਮਹਾਨ ਸੂਰਬੀਰ ਯੋਧੇ ਭਾਈ ਹਕੀਕਤ ਰਾਏ ਜੀ, ਗੁਰਬਾਣੀ ਦੇ ਰਸੀਏ ਜਿਨ੍ਹਾਂ ਨੂੰ ਝੂਠਾ ਇਲਜ਼ਾਮ ਲਾ ਕੇ ਜ਼ਕਰੀਆ ਖਾਨ ਨੇ ਲਾਹੌਰ ਸ਼ਹਿਰ ਵਿੱਚ ਕਤਲ ਕੀਤਾ ਸੀ, ਉਹ ਵੀ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੇ ਸੀਸ ਉੱਤੇ ਤੇਗ ਦਾ ਵਾਰ ਸਹਾਰ ਗਏ ਸਨ। ਸ਼ਹੀਦ ਹੋ ਗਏ ਪਰ ਆਪਣਾ ਧਰਮ ਨਹੀਂ ਛੱਡਿਆ, ਮੁਸਲਮਾਨ ਨਹੀਂ ਬਣੇ। ਤੇ ਸਾਧ ਸੰਗਤ ਜੀ, ਇਸੇ ਦਿਨ ਹੀ ਮਹਾਨ ਸੰਤ ਮਹਾਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਨਾਮਧਾਰੀ, ਉਹਨਾਂ ਦਾ ਜਨਮ ਹੋਇਆ ਸੀ। ਸੋ ਬਸੰਤ ਪੰਚਮੀ ਦਾ ਬਹੁਤ ਇਤਿਹਾਸ ਹੈ। ਗੁਰੂ ਕਾ ਖਾਲਸਾ ਪੰਥ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਹ ਆਪਾਂ ਦਿਹਾੜਾ ਮਨਾ ਰਹੇ ਹਾਂ। ਆਓ ਹੁਣ ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਜਗਤ ਵਿੱਚ ਆਏ ਹਨ, ਅਨੇਕਾਂ ਜੀਵਾਂ ਨੂੰ ਤਾਰਿਆ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪੱਥਰ ਵੀ ਤਾਰਤੇ, ਪਸ਼ੂ ਵੀ ਤਾਰਤੇ, ਪ੍ਰੇਤ ਵੀ ਤਾਰਤੇ, ਰਾਖਸ਼ ਵੀ ਤਾਰਤੇ। ਤਾਰਨਹਾਰ ਸਤਿਗੁਰੂ ਜੀ ਨੇ ਕੌਡੇ ਰਾਖਸ਼ ਨੂੰ ਵੀ ਤਾਰਿਆ ਸੀ। ਇਹ ਕਥਾ ਕੌਡੇ ਰਾਖਸ਼ ਦੀ ਚੱਲ ਰਹੀ ਹੈ। ਜਬਲਪੁਰ ਦੇ ਇਲਾਕੇ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਉਹ ਗੁਰਦੁਆਰਾ ਮੌਜੂਦ ਹੈ ਜਿੱਥੇ ਕੌਡੇ ਦਾ ਉਧਾਰ ਕੀਤਾ ਸੀ। ਉੱਥੇ ਉਹ ਕੌਡਾ ਆਏ ਗਏ ਲੋਕਾਂ ਨੂੰ ਫੜ ਕੇ ਕੜਾਹ ਦੇ ਤੇਲ ਦੇ ਕੜਾਹੇ ਵਿੱਚ ਤਲ ਲੈਂਦਾ ਸੀ ਤੇ ਖਾ ਜਾਂਦਾ ਸੀ। ਆਦਮਖੋਰ ਬਣ ਚੁੱਕਾ ਸੀ, ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਜਦੋਂ ਸਤਿਗੁਰੂ ਪਾਤਸ਼ਾਹ ਦੇ ਸੇਵਕ ਭਾਈ ਮਰਦਾਨਾ ਜੀ ਨੂੰ ਫੜ ਲਿਆ ਤੇ ਭਾਈ ਮਰਦਾਨੇ ਨੂੰ ਤਲਣ ਵਾਸਤੇ ਕੜਾਹ ਦਾ ਤੇਲ ਦਾ ਕੜਾਹਾ ਵੱਡਾ ਗਰਮ ਕਰ ਲਿਆ ਤੇ ਉਹਦੇ ਵਿੱਚ ਪਾਣ ਲੱਗਾ ਤੇ ਸਤਿਗੁਰੂ ਜੀ ਨੂੰ ਮਰਦਾਨੇ ਨੇ ਯਾਦ ਕੀਤਾ, ਸੱਚੇ ਪਾਤਸ਼ਾਹ ਹੁਣ ਤਾਂ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਬਚਾ ਸਕਦਾ। ਜਿੱਥੇ ਔਕਟ ਗਲੀਆਂ ਭੀੜੀਆਂ, ਜਿੱਥੇ ਹਰ ਹਰ ਮੁਕਤ ਕਰਾਏ। ਜਿੱਥੇ ਕਿਸੇ ਵੱਡੀ ਭਾਰੀ ਮੁਸੀਬਤ 'ਚ ਸਿੱਖ ਫਸ ਜਾਂਦਾ ਹੈ, ਕੋਈ ਮਦਦ ਕਰਨ ਵਾਲਾ ਨਹੀਂ ਹੁੰਦਾ, ਉੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਬੌੜਦੇ ਹਨ। ਆਪ ਪ੍ਰਗਟ ਹੋਏ। ਜਦੋਂ ਮਰਦਾਨੇ ਨੂੰ ਕੜਾਹੇ ਦੇ ਵਿੱਚ ਸਿੱਟ ਦਿੱਤਾ, ਮਰਦਾਨਾ ਵੀ ਸੋਚ ਰਿਹਾ ਸੀ ਬਸ ਹੁਣ ਮੈਂ ਗਿਆ। ਸਤਿਗੁਰੂ ਮੁਸਕਰਾ ਰਹੇ ਸਨ। ਮਰਦਾਨਾ ਕਹਿ ਰਿਹਾ ਸੀ, ਕਿਉਂਕਿ ਮਰਦਾਨੇ ਨੂੰ ਸਤਿਗੁਰੂ ਦਿਸਦੇ ਸਨ, ਕੌਡੇ ਨੂੰ ਦਰਸ਼ਨ ਨਹੀਂ ਸੀ ਹੋ ਰਹੇ। ਕੌਡੇ ਨੂੰ ਨਹੀਂ ਸੀ ਦੇਖਦੇ, ਮਰਦਾਨੇ ਨੂੰ ਦਰਸ਼ਨ ਹੋ ਰਹੇ ਸਨ। ਤੇ ਮਰਦਾਨਾ ਕਹਿੰਦਾ ਜੇ ਤਮਾਸ਼ਾ ਹੀ ਵੇਖਣਾ ਸੀ ਆ ਕੇ ਮਰਦਿਆਂ ਦਾ, ਫਿਰ ਆਉਣ ਦੀ ਕੀ ਲੋੜ ਸੀ। ਹੁਣ ਮੈਨੂੰ ਮਰਦਿਆਂ ਵੇਖਣ ਆਏ ਹੋ। ਪਰ ਜਦੋਂ ਮਰਦਾਨਾ ਕੜਾਹੇ ਵਿੱਚ ਡਿੱਗਾ, ਉਹ ਕੜਾਹਾ ਤਪਤ ਕੜਾਹਾ ਬੁੱਝ ਗਿਆ। ਗੁਰਸੀਤਲ ਨਾਮ ਦਿਓ, ਠੰਡਾ ਠਾਰ ਹੋ ਗਿਆ। ਉਸ ਵੇਲੇ ਸਤਿਗੁਰੂ ਦੇ ਚਰਨਾਂ ਤੇ ਉਹ ਕੌਡਾ ਡਿੱਗਾ ਹੈ, ਉਹ ਢਿਆ ਹੈ, ਉਹ ਬੇਨਤੀਆਂ ਕਰ ਰਿਹਾ ਹੈ ਕੁਛ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ। ਆਓ ਇੱਥੋਂ ਕਥਾ ਆਰੰਭ ਹੁੰਦੀ ਹੈ। ਪ੍ਰੇਮ ਨਾਲ ਸਰਵਣ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਸੀਸ ਝੁਕਾ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਬੰਧਨ ਤਵ ਪਦ ਭਗਵੰਤਾ। ਬੇਨਤੀ ਕਰਦਾ ਕੌਡਾ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਮੇਰੀ ਨਮਸਕਾਰ ਹੈ। ਬਾਰ ਬਾਰ ਬੰਦਨਾ ਹੈ, ਡੰਡੌਤ ਬੰਦਨ ਅਨੇਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ।
ਆਪ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਸੁਨੋ ਪਇਓ ਜਿਵ ਮਮ ਵੀਰਤੰਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਮੈਨੂੰ ਇਹ ਰਾਖਸ਼ ਜੋਨੀ ਕਿਉਂ ਮਿਲੀ ਹੈ? ਕਿਉਂਕਿ ਸਾਧ ਸੰਗਤ ਜੀ, ਇਹ ਆਤਮਾ ਨਾ ਜੰਮੀ ਹੈ ਨਾ ਮਰੇਗੀ। ਆਖੋ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ। ਇਸ ਆਤਮਾ ਦਾ ਨਾ ਆਦ ਹੈ ਤੇ ਨਾ ਇਸ ਆਤਮਾ ਦਾ ਅੰਤ ਹੈ। ਇਹਦਾ ਆਦ ਵੀ ਕੋਈ ਨਹੀਂ, ਇਹਦਾ ਅੰਤ ਵੀ ਕੋਈ ਨਹੀਂ। ਇਹ ਅਨਾਦਿ ਹੈ ਤੇ ਅਨੰਤ ਹੈ, ਅਕਾਲ ਹੈ। ਪਰ ਇਹ ਐਸਾ ਚੱਕਰ ਚਲਾਇਆ ਹੋਇਆ ਜਿਹਦੀ ਅੱਜ ਤਾਈਂ ਕਿਸੇ ਨੂੰ ਸਮਝ ਨਹੀਂ ਆਈ। ਵੱਡੇ ਵੱਡੇ ਗਿਆਨੀ, ਵੇਦਾਂ ਸ਼ਾਸਤਰਾਂ ਦੇ ਗਿਆਤਾ ਵੀ ਇੱਥੇ ਆ ਕੇ ਕਹਿੰਦੇ ਨੇ, ਨੇਤ 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 ਬਨ ਤ੍ਰਿਣ ਕਹਿਤ। ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ। ਕੋਈ ਨਹੀਂ ਜਾਣਦਾ ਅੰਤ ਨਾ ਸਿਫਤੀ, ਕਹਿਣ ਦਾ ਅੰਤ, ਅੰਤ ਨਾ ਕਰਨਾ, ਦੇਣ ਦਾ ਅੰਤ। ਉਸ ਪ੍ਰਭੂ ਦੀ ਵਿਚਿੱਤਰ ਖੇਡ ਹੈ। ਤੇ ਪਰ ਇਹ ਜਿਹੜੀ ਆਤਮਾ ਹੈ, ਇਹ ਕਰਮ ਜਾਲ ਵਿੱਚ ਮਹਾਰਾਜ ਕਹਿੰਦੇ, ਬਿਥਰਿਓ ਅਦ੍ਰਿਸ਼ਟ ਜਿਹੇ ਕਰਮ ਜਾਲ। ਸਾਤੋਂ ਆਕਾਸ਼ ਸਾਤੋਂ ਪਤਾਲ, ਸੱਤਾਂ ਆਕਾਸ਼ਾਂ ਤੇ ਸੱਤਾਂ ਪਤਾਲਾਂ ਵਿੱਚ ਬਿਥਰਿਓ ਅਦ੍ਰਿਸ਼ਟ ਜਿਹੇ ਕਰਮ ਜਾਲ। ਜਿਹੜਾ ਨਹੀਂ ਦਿਸਦਾ ਕਰਮਾਂ ਦਾ ਜਾਲ। ਆਖੋ ਸ੍ਰੀ ਵਾਹਿਗੁਰੂ। ਉਹਦੇ ਵਿੱਚ ਫਸੇ ਹੋਏ ਸਾਰੇ। ਮਹਾਰਾਜ, ਮੈਂ ਕਿਉਂ ਇਸ ਜੂਨੀ ਚ ਪਿਆ ਹਾਂ? ਮੇਰੀ ਵਾਰਤਾ ਸੁਣ ਲਓ। ਤੁਮ ਅੰਤਰਜਾਮੀ ਸਭ ਜਾਨੋ। ਇਹ ਅੰਤਰਜਾਮੀ ਜੀ, ਆਪ ਜੀ ਨੂੰ ਮੈਂ ਦੱਸਾਂ ਕਿ ਦੱਸੀਦਾ ਤੇ ਉਹਨੂੰ ਅਜੇ ਨੂੰ ਪਤਾ ਨਾ ਹੋਵੇ। ਤੁਸੀਂ ਤੇ ਘੱਟ ਘੱਟ ਦੀ ਜਾਣਨ ਵਾਲੇ ਹੋ, ਸਾਰੀ ਸ੍ਰਿਸ਼ਟੀ ਦੀ ਜਾਣਨ ਵਾਲੇ ਹੋ। ਬ੍ਰਹਮ ਗਿਆਨੀ ਨੂੰ ਸਭ ਪਤਾ ਹੁੰਦਾ। ਆਪ ਅੰਤਰਜਾਮੀ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਰੂਪ ਹੋ। ਆਪ ਜਾਣਦੇ ਹੋ ਸਤਿਗੁਰੂ ਜੀ। ਤਦਪ ਨਿਦੇਸ਼ੇ ਮਨ ਬਖਾਨੋ। ਫਿਰ ਵੀ ਆਪ ਜੀ ਦਾ ਹੁਕਮ ਮੰਨ ਕੇ, ਆਪ ਜੀ ਦੀ ਆਗਿਆ ਮੰਨ ਕੇ, ਆਪ ਜੀ ਦੇ ਪੁੱਛਣ ਦੇ ਮੁਤਾਬਕ ਮੈਂ ਦੱਸ ਰਿਹਾ। ਐਸਾ ਸਾਧ ਸੰਗਤ ਜੀ ਵਿਦਵਾਨਾਂ ਨੇ ਲਿਖਿਆ ਹੈ ਵੀ ਮਹਾਂਪੁਰਸ਼ ਜਾਣਦੇ ਤਾਂ ਸਾਰਾ ਕੁਝ ਹੁੰਦੇ ਨੇ, ਪਰ ਜੇ ਮਹਾਂਪੁਰਸ਼ ਪੁੱਛ ਲੈਣ ਕਿਸੇ ਕੋਲੋਂ, ਕਾਕਾ ਆਹ ਗੱਲ ਕਿਵੇਂ ਹੈ ਬਈ, ਤੇ ਉਹ ਇਹ ਨਾ ਆਖੇ ਮਹਾਰਾਜ ਤੁਸੀਂ ਆਪੇ ਹੀ ਬੁੱਝ ਲਓ। ਇਹ ਨਹੀਂ ਕਹਿਣੀ ਚਾਹੀਦੀ। ਉਹ ਮਹਾਂਪੁਰਖਾਂ ਦੀ ਪ੍ਰੀਖਿਆ ਲੈਣ ਵਾਲੀ ਗੱਲ ਹੁੰਦੀ ਹੈ। ਜਾਣਦੇ ਤਾਂ ਹੁੰਦੇ ਨੇ, ਪਰ ਸਾਨੂੰ ਪੁੱਛਿਆ ਹੈ ਤੇ ਸਾਡਾ ਫਰਜ਼ ਹੈ ਦੱਸਣਾ, ਹੁਕਮ ਮੰਨਣਾ। ਆਪ ਦਾ ਹੁਕਮ ਹੈ ਨਾ, ਮੈਂ ਦੱਸਣਾ। ਜਾਣਦੇ ਤੁਸੀਂ ਪਹਿਲਾਂ ਹੀ ਹੋ, ਪਰ ਮਹਾਰਾਜ ਮੇਰਾ ਫਰਜ਼ ਹੈ, ਮੈਂ ਦੱਸਦਾ ਹਾਂ। ਪੂਰਬ ਜਨ ਭੁਤੋ ਦਿਜ ਮੇਰਾ। ਉਹਦਾ ਕਹਿੰਦਾ, ਮਹਾਰਾਜ ਪਿਛਲੇ ਜਨਮ ਵਿੱਚ ਮੈਂ ਬ੍ਰਾਹਮਣ ਸੀ, ਬ੍ਰਾਹਮਣਾਂ ਦੇ ਘਰ ਮੇਰਾ ਜਨਮ ਹੋਇਆ ਸੀ। ਪਠ ਵਿਦਿਆ ਮਨ ਮਾਨਕ ਨੇਰਾ। ਮਹਾਰਾਜ ਮੈਂ 4 ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣ 9 ਵਿਆਕਰਨ ਪੜ੍ਹੇ ਸਨ। ਹਰ ਤਰ੍ਹਾਂ ਦੀ ਵਿਦਿਆ ਮੈਂ ਜਾਣਦਾ ਸੀ। ਸ਼ਾਸਤਰਾਂ ਦਾ ਮੈਂ ਗਿਆਤਾ ਸੀ, ਵੇਦਾਂ ਦਾ ਮੈਂ ਗਿਆਤਾ ਸੀ, ਸਿਮਰਤੀਆਂ ਦਾ ਪੁਰਾਣਾਂ ਦਾ ਮੈਂ ਗਿਆਤਾ ਸੀ। ਬਹੁਤੀ ਵਿਦਿਆ ਪੜ੍ਹ ਕੇ ਮੇਰੇ ਅੰਦਰ ਹੰਕਾਰ ਆ ਗਿਆ। ਇਹ ਵੇਦ ਕੋ ਗਿਆਨ ਸੁਜਾਨਨ ਕੇ ਮਦਾਦ ਮਾਨ ਵਿਕਾਰ ਵਿਨਾਸੇ। ਕਹਿੰਦੇ ਜਿਹੜਾ ਇਹ ਗਿਆਨ ਹੈ ਨਾ, ਵੇਦਾਂ ਸ਼ਾਸਤਰਾਂ ਦਾ, ਗੁਰਬਾਣੀ ਦਾ, ਗ੍ਰੰਥਾਂ ਦਾ, ਵਿਦਿਆ ਜਿਹੜੀ ਹੈ, ਚੰਗੇ ਬੰਦਿਆਂ ਦਾ, ਨੇਕ ਬੰਦਿਆਂ ਦਾ ਹੰਕਾਰ ਖਤਮ ਕਰਦੀ ਹੈ। ਵਿਦਿਆ ਪੜ੍ਹ ਕੇ ਬੰਦੇ ਦਾ ਮਨ ਨੀਵਾਂ ਹੋਣਾ ਚਾਹੀਦਾ। ਵਿਦਿਆ ਪੜ੍ਹ ਕੇ ਬੰਦੇ ਨੂੰ ਇੰਨੀ ਸਮਝ ਆਉਣੀ ਚਾਹੀਦੀ ਹੈ ਵੀ ਮੈਂ ਅਜੇ ਕੁਛ ਵੀ ਨਹੀਂ ਪੜ੍ਹਿਆ। ਕਿਸੇ ਬੰਦੇ ਦਾ ਬਹੁਤਾ ਅਮੀਰ ਹੋਣ ਦਾ ਇੱਕੋ ਹੀ ਫਾਇਦਾ, ਕਰੋੜਾਪਤੀ, ਅਰਬਾਂਪਤੀ ਕੋਈ ਬੰਦਾ ਹੋ ਜਾਏ, ਕੋਈ ਟਾਟਾ ਬਿਰਲਾ, ਕੋਈ ਵੱਡਾ ਸੇਠ ਬਣ ਜਾਏ, ਤੇ ਉਹਨੂੰ ਇੱਕ ਫਾਇਦਾ ਹੋ ਸਕਦਾ ਜੇ ਉਸ ਕਰ ਲਵੇ ਤਾਂ। ਉਹ ਪਤਾ ਕੀ ਹੈ, ਉਹਨੂੰ ਇਹ ਪਤਾ ਲੱਗ ਜਾਏ ਵੀ ਮੈਂ ਅਜੇ ਅੰਦਰੋਂ ਕਿੰਨਾ ਗਰੀਬ ਆਂ, ਅੰਦਰੋਂ ਕਿੰਨਾ ਭੁੱਖਾ ਆ। ਵੀ ਮੇਰੇ ਕੋਲ ਕਰੋੜਾਂ ਆ ਗਏ ਨੇ, ਮੈਂ ਅਰਬਾਂ ਦੇ ਪਿੱਛੇ ਭੱਜਿਆ ਫਿਰਦਾ, ਅਰਬਾਂ ਆ ਗਏ ਮੈਂ ਖਰਬਾਂ ਦੇ ਪਿੱਛੇ ਭੱਜਿਆ ਫਿਰਦਾ। ਮੇਰੀ ਤੇ ਤ੍ਰਿਸ਼ਨਾ ਉਦਾਂ ਦੀ ਉਦਾਂ ਹੀ ਹੈ। ਉਹਨੂੰ ਇਹ ਅਕਲ ਆ ਜਾਣੀ ਚਾਹੀਦੀ ਹੈ। ਤੇ ਬਹੁਤਾ ਪੜ੍ਹਨ ਦਾ ਕੀ ਫਾਇਦਾ? ਬਹੁਤਾ ਪੜ੍ਹਨ ਦਾ ਇਹ ਫਾਇਦਾ ਵੀ ਉਹਨੂੰ ਪਤਾ ਲੱਗ ਜੇ ਵੀ ਅਜੇ ਤੇ ਪੜ੍ਹਾਈ ਅਜੇ ਬਹੁਤ ਅੱਗੇ ਪਈ ਹੈ। ਅਜੇ ਤੇ ਮੈਂ 100 ਗ੍ਰੰਥ ਪੜ੍ਹ ਲਏ ਨੇ, ਅਜੇ ਹਜ਼ਾਰਾਂ ਪਏ ਨੇ। ਮੈਂ ਹਜ਼ਾਰਾਂ ਪੜ੍ਹ ਲਏ ਨੇ, ਅਜੇ ਲੱਖਾਂ ਗ੍ਰੰਥ ਪਏ ਨੇ। ਵਿਦਿਆ ਘਟੇ ਨਾ ਅਤ ਬਲ ਪਾਏ। ਜ਼ੋਰ ਲਾ ਕੇ ਵਿਦਿਆ ਨਹੀਂ ਘਟੀ ਕਦੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਪਰ ਮੂਰਖ ਬੰਦਿਆਂ ਨੂੰ ਪੁਨ ਕੇਚਿਤ ਨੀਚਨ ਕੋਵੋ ਬੋਧ ਮਦੈ ਬਿਮਾਨ ਵਿਕਾਰ ਨਿਵਾਸੇ। ਉਹੀ ਗਿਆਨ, ਉਹੀ ਪੜ੍ਹਾਈ, ਉਹੀ ਵਿਦਿਆ
ਨੀਚ ਬੰਦਿਆਂ ਨੂੰ ਹੰਕਾਰੀ ਕਰ ਦਿੰਦੀ, ਆਕੜ ਜਾਂਦੇ ਆ ਮਾਂਹ ਦੇ ਆਟੇ ਤਰ੍ਹਾਂ। ਸਾਡੇ ਵਰਗਾ ਕੋਈ ਹੈ ਹੀ ਨਹੀਂ, ਅਸੀਂ ਗਿਆਨੀ ਹਾਂ, ਅਸੀਂ ਪੰਡਤ ਹਾਂ, ਅਸੀਂ ਵਿਦਵਾਨ ਹਾਂ। ਕਹਿੰਦੇ ਵਿਦਿਆ ਪੜ੍ਹ ਕੇ ਮੇਰੇ ਮਨ ਵਿੱਚ ਹੰਕਾਰ ਆ ਗਿਆ। ਸ਼ਾਸਤਰ ਦਾ ਮੈਂ ਗਿਆਤਾ, ਵੇਦਾਂ ਦਾ ਮੈਂ ਗਿਆਤਾ, ਵਿਆਕਰਣ ਦਾ ਮੈਂ ਗਿਆਤਾ, ਸਿਮਰਤੀਆਂ ਦਾ ਮੈਂ ਗਿਆਤਾ। ਏਦਾਂ ਮੇਰੇ ਮਨ ਵਿੱਚ ਹਉਮੈ ਆ ਗਈ। ਏਕ ਦਿਵਸ ਮਮ ਗੁਰ ਤਤ ਬੇਤਾ। ਇੱਕ ਦਿਨ ਦੀ ਗੱਲ ਹੈ, ਮੇਰੇ ਗੁਰੂ ਜਿਹੜੇ ਸਨ ਉਹ ਬੜੇ ਤਤ ਬੇਤੇ ਸਨ, ਤਤ ਦੇ ਬ੍ਰਹਮ ਦੇ ਗਿਆਤਾ ਸਨ, ਮਹਾਪੁਰਸ਼ ਸਨ। ਆਵਾ ਸਹਿਜ ਸੁਭਾਵ ਨਿਕੇਤਾ। ਜਿਨ੍ਹਾਂ ਤੋਂ ਮੈਂ ਵਿਦਿਆ ਪੜ੍ਹੀ ਸੀ ਉਹ ਮੇਰੇ ਵਿਦਿਆ ਦਾਤੇ ਬ੍ਰਹਮ ਗਿਆਨੀ ਸਨ। ਸਾਧ ਸੰਗਤ ਜੀ, ਅੱਜ ਕੱਲ ਨਾ ਬ੍ਰਹਮ ਵਿਦਿਆ ਰਹੀ, ਨਾ ਬ੍ਰਹਮ ਵਿਦਿਆ ਪੜ੍ਹਾਉਣ ਵਾਲੇ ਰਹੇ, ਨਾ ਪੜ੍ਹਨ ਵਾਲੇ ਰਹੇ। ਅੰਗਰੇਜ਼ੀ ਵਿਦਿਆ 150 ਸਾਲ ਤੋਂ ਸਾਡੇ ਦੇਸ਼ ਵਿੱਚ ਆਈ ਆ। ਸਿਸਟਮ ਹੀ ਸਾਰਾ ਖਰਾਬ ਹੋ ਗਿਆ ਸਾਡਾ। ਪਹਿਲਾਂ ਆਪਣੇ ਗੁਰੂ ਦਾ ਕਿੰਨਾ ਸਤਿਕਾਰ ਕਰਦੇ ਸੀ, ਜੇ ਨਾ ਕਰਨ ਤੇ ਉਹਦਾ ਕੀ ਫਲ ਭੋਗਣਾ ਪੈਂਦਾ ਸੀ, ਇਹ ਦੇਖ ਲਓ। ਉਹ ਕਹਿੰਦੇ ਮੇਰੇ ਗੁਰੂ ਜੀ ਜਿਹੜੇ ਸਨ ਉਹ ਬੜੇ ਵਿਦਵਾਨ ਮੇਰੇ ਘਰ ਆ ਗਏ। ਨੈ ਉੱਠ ਕਰ ਸਨਮਾਨਤ ਕੀਨਾ। ਮੈਂ ਉੱਠ ਕੇ ਉਹਨਾਂ ਦਾ ਸਨਮਾਨ ਨਹੀਂ ਕੀਤਾ। ਹੁਣ ਗੁਰੂ ਆਇਆ, ਉਹਦਾ ਉੱਠ ਕੇ ਉਹਨੂੰ ਮਿਲਣਾ ਚਾਹੀਦਾ। ਆਓ ਮਹਾਰਾਜ ਜੀ ਆਇਆਂ ਨੂੰ, ਅੱਗੋਂ ਦੀ ਜਾਣਾ ਚਾਹੀਦਾ ਤੇ ਉਹਨੂੰ ਮੰਜਾ ਬਿਸਤਰਾ ਚੌਂਕੀ ਪੀੜਾ ਕੋ ਦੇਣਾ ਚਾਹੀਦਾ ਬੈਠਣ ਵਾਸਤੇ। ਇੱਥੇ ਬੈਠੋ। ਫਿਰ ਜਲ ਪਾਣੀ ਛਕਾਉਣਾ ਚਾਹੀਦਾ, ਮੱਥਾ ਟੇਕਣਾ ਚਾਹੀਦਾ। ਮੈਂ ਉੱਠ ਕੇ ਵੀ ਨਹੀਂ ਖੜਾ ਹੋਇਆ, ਬੈਠਾ ਹੀ ਰਿਹਾ। ਐਮਤ ਤਰ ਆਸਨ ਆਸੀਨਾ। ਮੈਂ ਆਪਣੀ ਸੱਪ ਵਾਲੀ ਬਿਰਤੀ ਜਿਹੜੀ ਹੁੰਦੀ ਨਾ, ਇਹ ਮਤ ਹੰਕਾਰ ਵਾਲੀ, ਸੱਪ ਏਦਾਂ ਫਣ ਖਿਲਾਰ ਕੇ ਰੱਖਦਾ, ਝੁਕਦਾ ਨਹੀਂ, ਉਹ ਮੈਂ ਏਦਾਂ ਆਕੜ ਕੇ ਬੈਠਾ ਰਿਹਾ। ਦੇਖ ਅਵਗਿਆ ਗੁਰ ਰਿਸ ਕਰਕੇ। ਹੁਣ ਮੇਰੇ ਗੁਰੂ ਨੇ ਵੇਖਿਆ ਵੀ ਚੇਲਾ ਤੇ ਮੇਰਾ ਹੈ, ਵਿਦਿਆ ਮੇਰੇ ਤੋਂ ਪੜ੍ਹਿਆ ਪਰ ਇਹਨੂੰ ਸੋਝੀ ਨਹੀਂ, ਇਹ ਮੂਰਖ ਹੈ। ਤਾਂ ਮੇਰੀ ਮੂਰਖਤਾ ਵੇਖ ਕੇ ਸਤਿਗੁਰਾਂ ਨੂੰ ਗੁੱਸਾ ਆ ਗਿਆ, ਉਹ ਨਾਰਾਜ਼ਗੀ ਵਿੱਚ ਆ ਗਏ। ਮੁਝ ਇਉ ਦੀਨੋ ਸਰਾਪ ਉਚਰ ਕੇ। ਉਹਨਾਂ ਨੇ ਮੈਨੂੰ ਸ਼ਰਾਪ ਦੇਤਾ, ਉਹਨਾਂ ਨੇ ਮੈਨੂੰ ਐਸਾ ਬਚਨ ਛੱਡ ਦਿੱਤਾ। ਅਸ ਵਿਪਰੀਤ ਜੋ ਤੈ ਮਨ ਠਾਨੀ। ਗੁਰਦੇਵ ਜੀ ਕਹਿਣ ਲੱਗੇ, ਓਏ ਮੂਰਖਾ, ਤੂੰ ਆ ਜਿਹੜੀ ਕਰਤੂਤ ਕੀਤੀ ਹੈ, ਆ ਜਿਹੜੀ ਤੂੰ ਆਪਣੇ ਮਨ ਵਿੱਚ ਹੰਕਾਰ ਦੀ ਬਿਰਤੀ ਧਾਰਨ ਕਰੀ ਬੈਠਾ ਵੀ ਮੈਂ ਬਹੁਤ ਵਿਦਵਾਨ ਆ, ਮੈਂ ਸਾਰੇ ਗ੍ਰੰਥ ਪੜ੍ਹ ਲਏ ਨੇ, ਮੈਂ ਸ਼ਾਸਤਰਾਂ ਤੇ ਵੇਦਾਂ ਦਾ ਗਿਆਤਾ ਹਾਂ। ਕਛੂ ਨ ਬਿਗਰੇ ਮੁਝ ਹੀ ਮਾਨੀ। ਕਛੂ ਨ ਬਿਗਰੇ ਮੁਝ ਹੀ ਮਾਨੀ। ਤੂੰ ਮੇਰਾ ਸਨਮਾਨ ਨਹੀਂ ਕੀਤਾ, ਇਹਦੇ ਨਾਲ ਮੇਰਾ ਕੁਝ ਨਹੀਂ ਵਿਗੜਿਆ। ਕਿਉਂਕਿ ਬ੍ਰਹਮ ਗਿਆਨੀ ਮਹਾਤਮਾ ਨੂੰ ਸਨਮਾਨ ਦੀ ਇੱਛਾ ਨਹੀਂ ਹੁੰਦੀ। ਉਹਦਾ ਕੋਈ ਅਪਮਾਨ ਕਰ ਦੇਵੇ ਉਹਨੂੰ ਦੁੱਖ ਨਹੀਂ ਹੁੰਦਾ, ਉਹਦਾ ਕੋਈ ਸਨਮਾਨ ਕਰ ਦੇਵੇ ਉਹਨੂੰ ਸੁੱਖ ਨਹੀਂ ਹੁੰਦਾ। ਨਾ ਇਹ ਮਾਨ ਅਪਮਾਨਾ, ਮਾਨ ਅਪਮਾਨ ਦੇ ਚ ਬਰਾਬਰ ਬਿਰਤੀ ਹੁੰਦੀ। ਹੇ ਮੂਰਖ, ਮੇਰਾ ਕੀ ਵਿਗੜਿਆ? ਮੇਰਾ ਤੂੰ ਸਨਮਾਨ ਨਹੀਂ ਕੀਤਾ, ਇਹਦੇ ਨਾਲ ਮੇਰਾ ਕੁਝ ਨਹੀਂ ਵਿਗੜਿਆ। ਸਾਧ ਸੰਗਤ ਜੀ, ਜਿਹੜਾ ਕਿਸੇ ਦਾ ਸਨਮਾਨ ਕਰਦਾ ਹੈ ਨਾ, ਜਿਹਨੂੰ ਆਪਾਂ ਸਨਮਾਨ ਦਿੰਦੇ ਆ, ਜਿਹਨੂੰ ਸਨਮਾਨ ਮਿਲਦਾ ਉਹਦਾ ਕੁਝ ਵੱਧਦਾ ਨਹੀਂ। ਜਿਹੜੇ ਬੰਦੇ ਨੂੰ ਆਪਾਂ ਮੱਥਾ ਟੇਕਿਆ ਜਾਂ ਆਪਾਂ ਉਹਦਾ ਸਤਿਕਾਰ ਕੀਤਾ ਜਾਂ ਉਹਨੂੰ ਜੀ ਆਇਆਂ ਕਿਹਾ, ਉਹਦਾ ਰਿਸਪੈਕਟ ਕੀਤੀ ਹੈ, ਉਹਦਾ ਨਹੀਂ ਕੁਝ ਵਧਿਆ, ਕਰਨ ਵਾਲੇ ਦਾ ਵਧਿਆ। ਤੇ ਜੇ ਕਿਸੇ ਦਾ ਅਪਮਾਨ ਕੀਤਾ, ਅਸੀਂ ਨਿਰਾਦਰ ਕੀਤਾ, ਜਿਹਦਾ ਅਸੀਂ ਨਿਰਾਦਰ ਕੀਤਾ ਉਹਦਾ ਕੁਝ ਨਹੀਂ ਵਿਗੜਿਆ, ਸਾਡਾ ਵਿਗੜ ਗਿਆ। ਅਸੀਂ ਆਪਣੇ ਕਰੈਕਟਰ ਤੋਂ, ਆਪਣੀ ਮਰਿਆਦਾ ਤੋਂ ਗਿਰ ਗਏ। ਤਾਂ ਮੇਰਾ ਤੇ ਕੁਝ ਨਹੀਂ ਵਿਗੜਿਆ ਮੂਰਖਾ। ਜਾਂ ਕੋ ਫਲ ਜੇ ਤੂੰ ਨੇ ਪਾਵੇਂ। ਪਰ ਹੁਣ ਜੇ ਤੈਨੂੰ ਇਸ ਕਰਤੂਤ ਦਾ ਫਲ ਨਾ ਭੁਗਤਾਇਆ, ਜੇ ਤੈਨੂੰ ਇਹਦੇ ਕਰਮਾਂ ਦੀ ਸਜ਼ਾ ਨਾ ਮਿਲੀ, ਤੋ ਸ਼ੁਭ ਰੀਤ ਜਗਤ ਮਿਟ ਜਾਵੇ। ਤਾਂ ਇਸ ਦੁਨੀਆ ਵਿੱਚੋਂ ਮਰਿਆਦਾ ਖਤਮ ਹੋ ਜਾਏਗੀ। ਫਿਰ ਲੋਕ ਸਾਰੇ ਹੀ ਬੇਮਰਿਆਦ ਹੋ ਜਾਣਗੇ, ਸਾਰੇ ਹੀ ਆਪਣੇ ਗੁਰੂ ਦੀ ਬੇਅਦਬੀ ਕਰਨਗੇ, ਸਾਰੇ ਆਪਣੇ ਗੁਰੂ ਦਾ ਨਿਰਾਦਰ ਕਰਨਗੇ। ਫਿਰ ਤਾਂ ਮਰਿਆਦਾ ਅਸਤ ਵਿਅਸਤ ਹੋ ਜਾਏਗੀ। ਜਦੋਂ ਮਰਿਆਦਾ ਅਸਤ ਵਿਅਸਤ ਹੋ ਜਾਂਦੀ, ਫਿਰ ਸਮਾਜ ਸਾਰਾ ਪਾਗਲ ਹੋ ਜਾਂਦਾ। ਅੱਜ ਸਾਧ ਸੰਗਤ ਜੀ, ਜਦੋਂ ਮਰਿਆਦਾ ਸਾਡੇ ਕੋਲੋਂ ਟੁੱਟ ਗਈ ਨਾ, ਤੇ ਅੱਜ ਸਾਡੇ ਘਰਾਂ ਵਿੱਚ ਵੀ ਕਲੇਸ਼ ਹੈ, ਸਾਡੇ ਸਮਾਜ ਵਿੱਚ ਵੀ ਕਲੇਸ਼ ਹੈ, ਸਾਡੇ ਆਲੇ ਦੁਆਲੇ ਵੀ ਕਲੇਸ਼ ਹੈ। ਮਰਿਆਦਾ ਬੜੀ ਵੱਡੀ ਚੀਜ਼ ਹੈ। ਮਰਿਆਦਾ ਸਮਾਜ ਨੂੰ ਬੰਨ੍ਹ ਕੇ ਰੱਖਦੀ ਹੈ, ਮਰਿਆਦਾ ਡਿਸਿਪਲਿਨ ਵਿੱਚ ਰੱਖਦੀ ਹੈ। ਤੋ ਤੂੰ ਆਪਣੇ ਗੁਰੂ ਦਾ ਨਿਰਾਦਰ ਕੀਤਾ ਹੈ, ਇਹ ਤਾਂ ਲੋਕ ਵੀ ਕਰਨਗੇ। ਜਦੋਂ ਸਾਰੇ ਕਰਨਗੇ
ਤੇ ਫਿਰ ਮਰਿਆਦਾ ਭੰਗ ਹੋ ਜਾਏਗੀ, ਸਮਾਜ ਅਸਤ ਵਿਅਸਤ ਹੋ ਜਾਵੇਗਾ। ਤਾਂ ਤੂੰ ਰਾਖਸ਼ ਤਨ ਪਾਈ। ਜਾਂ ਹੁਣ ਤੂੰ ਰਾਖਸ਼ਾਂ ਦਾ ਸਰੀਰ ਪਾਏਗਾ। ਹੁਣ ਤੇਰਾ ਜਨਮ ਰਾਖਸ਼ ਕੁਲ ਵਿੱਚ ਹੋਵੇਗਾ, ਰਾਖਸ਼ਾਂ ਵਾਲੇ ਕਰਮ ਕਰੇਗਾ। ਵਿਦਵਾਨ ਪੰਡਤ ਹੋ ਕੇ ਵੀ ਤੂੰ ਰਾਖਸ਼ਾਂ ਦੀ ਜੂਨੀ ਭੋਗੇਗਾ। ਕਰੋ ਕੁਕਰਮ ਧਰਮ ਬਿਸਰਾਈ। ਕਿਉਂਕਿ ਤੂੰ ਕੁਕਰਮ ਕਰੇਗਾ, ਧਰਮ ਛੱਡ ਦੇਗਾ, ਪਾਪਾਂ ਵਿੱਚ ਪ੍ਰਵਿਰਤ ਹੋ ਜਾਏਗਾ, ਬੁਰੇ ਕਰਮਾਂ 'ਚ ਲੱਗ ਜਾਏਗਾ। ਅਸ ਪ੍ਰਕਾਰ ਸੁਨ ਗੁਰ ਕੋ ਸਰਾਪਾ। ਆਪਣੇ ਗੁਰੂ ਦਾ ਸਰਾਪ ਜਦੋਂ ਮੈਂ ਸੁਣਿਆ, ਜਦੋਂ ਮੈਨੂੰ ਮੇਰੇ ਗੁਰੂ ਨੇ ਏਦਾਂ ਸਰਾਪ ਦਿੱਤਾ, ਮੈਂ ਪੈ ਪੀਤ ਭਇਓ ਬਹੁ ਕਾਂਪਾ। ਇਹ ਸਤਿਗੁਰੂ ਜੀ ਮੈਂ ਡਰ ਗਿਆ, ਮੈਂ ਭੈ ਭੀਤ ਹੋ ਗਿਆ, ਮੈਂ ਕੰਬਣ ਲੱਗ ਪਿਆ, ਮੈਨੂੰ ਇਤਨਾ ਡਰ ਲੱਗਾ। ਫਿਰ ਹੇ ਗੁਰ ਮੈਂ ਅਪਰਾਧ ਜੋ ਕੀਨੋ। ਮੈਂ ਗੁਰੂਦੇਵ ਦੇ ਚਰਨ ਫੜ ਲਏ, ਮੈਂ ਸਤਿਗੁਰਾਂ ਦੇ ਚਰਨਾਂ ਤੇ ਪੈਰ ਰੱਖ ਕੇ ਆਖਿਆ, ਗੁਰੂ ਜੀ ਮੈਂ ਬਹੁਤ ਵੱਡੀ ਭੁੱਲ ਕੀਤੀ, ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ। ਤਾਂ ਕੋ ਫਲ ਰਾਖਸ ਤਨ ਦੀਨੋ। ਉਹਦਾ ਫਲ ਮੈਨੂੰ ਤੁਸੀਂ ਦੇਤਾ, ਰਾਖਸ਼ ਦੀ ਜੂਨੀ ਮਿਲੇਗੀ। ਮੈਂ ਹੁਣ ਰਾਖਸ਼ਾਂ ਦੀ ਕੁਲ ਵਿੱਚ ਜਨਮ ਲਵਾਂਗਾ, ਇਹ ਤੁਹਾਡਾ ਬਚਨ ਅਟਲ ਹੋਵੇਗਾ। ਕਬ ਲੋ ਭੋਗੋ ਗੋ ਦੁਖ ਭਾਰੀ। ਜੈ ਗੁਰਦੇਵ ਜੀ ਇਹ ਦੱਸੋ ਵੀ ਇਹ ਰਾਖਸ਼ ਜੂਨੀ ਮੇਰਾ ਕਿੰਨਾ ਕੁ ਚਿਰ ਭੋਗਣੀ ਪਏਗੀ? ਇਹ ਜੂਨੀ 'ਚ ਮੈਨੂੰ ਕਿੰਨਾ ਕੁ ਚਿਰ ਰਹਿਣਾ ਪਵੇਗਾ? ਕਿਤਨੇ ਸਮੇਂ ਮੈਂ ਰਾਖਸ਼ਾਂ ਦੀ ਜੂਨ ਵਿੱਚ ਰਵਾਂਗਾ? ਕਿਰਪਾ ਧਾਰ ਸੋ ਕਰੋ ਉਚਾਰੀ। हे ਗੁਰਦੇਵ ਜੀ ਕਿਰਪਾ ਕਰਕੇ ਦੱਸੋ, ਮੇਰੇ ਤੇ ਮਿਹਰਬਾਨੀ ਕਰੋ, ਮੈਨੂੰ ਬਖਸ਼ੋ, ਮੇਰਾ ਕਿਸ ਤਰ੍ਹਾਂ ਕਲਿਆਣ ਹੋਵੇਗਾ? ਜੋ ਬਚਨ ਤੁਹਾਡੀ ਰਸਨਾ ਤੋਂ ਨਿਕਲ ਗਿਆ ਉਹ ਤਾਂ ਹੋਣਾ ਹੀ ਹੋਣਾ। ਜੂਨ ਤਾਂ ਮੈਨੂੰ ਰਾਖਸ਼ਾਂ ਦੀ ਮਿਲਣੀ ਹੈ, ਪਰ ਅਕਸਰ ਨੂੰ ਕਦੀ ਤੱਕ ਖੇੜਾ ਛੁੱਟੇਗਾ ਨਾ। ਜੇ ਤੁਸੀਂ ਬਚਨ ਕਰਦੇ ਹੋ ਹੁਣੇ ਹੀ ਕੰਮ ਬਣ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਲ ਦੀ ਨਾਲ ਹੀ ਬਖਸ਼ਾ ਲਵੇ ਤੇ ਬੰਦਾ ਠੀਕ ਰਹਿੰਦਾ। ਹਾਂਜੀ। ਗੁਰ ਦਿਆਲਤਾ ਮੈਂ ਮਨ ਪੀਨਾ। ਜਦੋਂ ਮੈਂ ਪੈਰ ਫੜ ਲਏ, ਮੈਂ ਤਰਲੇ ਕੀਤੇ ਤੇ ਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ। ਐਸੇ ਬਚਨ ਉਚਾਰਨ ਕੀਨਾ। ਮੇਰੇ ਗੁਰਦੇਵ ਜੀ ਇਸ ਤਰ੍ਹਾਂ ਬੋਲੇ, ਏਕੰਕਾਰ ਧਰੇ ਅਵਤਾਰਾ। ਮੇਰੇ ਗੁਰੂ ਜੀ ਕਹਿਣ ਲੱਗੇ, ਭਾਈ ਕਲਯੁਗ ਦਾ ਸਮਾਂ ਆਵੇਗਾ। ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੁਨੀਆ ਤੇ ਆਉਣਗੇ। ਉਹ ਅਵਤਾਰ ਧਾਰਨਗੇ, ਸੰਸਾਰ ਦੇ ਵਿੱਚ ਪ੍ਰਗਟ ਹੋਣਗੇ। ਤਿਨ ਕੇ ਮਿਲੇ ਹੋਏ ਨਿਸਤਾਰਾ। ਉਹ ਸਾਧ ਰੂਪ ਦੇ ਵਿੱਚ, ਮਹਾਂਪੁਰਸ਼ ਦੇ ਰੂਪ ਵਿੱਚ ਵਿਚਰਨਗੇ। ਮਨੁੱਖੀ ਜਾਮੇ ਵਿੱਚ ਹੋਏਗਾ ਪਰਮੇਸ਼ਰ, ਹੋਏਗਾ ਅਕਾਲ ਪੁਰਖ, ਪਰ ਸਰੂਪ ਉਹਦਾ ਬੰਦਿਆਂ ਵਾਲਾ, ਮਨੁੱਖਾਂ ਵਾਲਾ ਹੋਵੇਗਾ। ਉਹ ਜਦੋਂ ਅਵਤਾਰ ਧਾਰ ਕੇ ਆਉਣਗੇ ਗੁਰੂ ਰੂਪ ਵਿੱਚ, ਹੇ ਗੁਰ ਮੈਂ ਤਿਨ ਕੋ ਕਿਵ ਜਾਨੋ। ਉਹ ਤੈਨੂੰ ਮਿਲਣਗੇ। ਜਦੋਂ ਤੈਨੂੰ ਮਿਲਣਗੇ ਤੇਰਾ ਕਲਿਆਣ ਹੋ ਜਾਏਗਾ, ਤੇਰੀ 84 ਕੱਟੀ ਜਾਏਗੀ, ਤੇਰੀ ਜੂਨੀ ਦਾ ਕੌਡੇ ਰਾਖਸ਼ ਦੀ ਜਿਹੜੀ ਜੂਨੀ ਤੈਨੂੰ ਮਿਲੇਗੀ ਉਹਦੇ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਤਾਂ ਕਹਿੰਦੇ ਕੌਡੇ ਨੇ ਪੁੱਛਿਆ, ਹੇ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗਾ ਵੀ ਇਹ ਆ ਗਏ ਨੇ? ਉਹਨਾਂ ਦੀ ਪਛਾਣ ਕੀ ਹੋਵੇਗੀ, ਨਿਸ਼ਾਨੀ ਕੀ ਹੋਵੇਗੀ? ਕਿਰਪਾ ਕਰੋ ਸੋ ਭਾਂਤ ਬਖਾਨੋ। ਕਿਰਪਾ ਕਰਕੇ ਮਹਾਰਾਜ ਉਹ ਵਿਧੀ ਦੱਸੋ ਕਿ ਜਿਸ ਵਿਧੀ ਨਾਲ ਮੈਂ ਮਹਾਂਪੁਰਸ਼ਾਂ ਨੂੰ, ਜੋ ਪਰਮੇਸ਼ਰ ਦਾ ਅਵਤਾਰ ਹੋਣਗੇ, ਕਲਯੁਗ ਦੇ ਵਿੱਚ ਆਉਣਗੇ, ਉਹਨਾਂ ਨੂੰ ਮੈਂ ਪਛਾਣ ਲਵਾਂਗਾ। ਸੁਨ ਕੈ ਮੁਝ ਕੋ ਦਰਪਨ ਦੀਨਾ। ਤਾਂ ਉਸ ਵੇਲੇ ਮੇਰੇ ਗੁਰੂ ਜੀ ਨੇ ਮੈਨੂੰ ਇਹ ਸ਼ੀਸ਼ਾ ਦਿੱਤਾ ਸੀ, ਇੱਕ ਦਰਪਣ ਦਿੱਤਾ ਸੀ। ਕਹਿਓ ਕਿ ਇਸ ਤੇ ਲੇਵੋ ਚੀਨਾ। ਮੇਰੇ ਗੁਰੂ ਜੀ ਕਹਿਣ ਲੱਗੇ, ਆ ਸ਼ੀਸ਼ਾ ਤੇਰੇ ਕੋਲ ਹੈ, ਇਹਦੇ ਤੋਂ ਤੈਨੂੰ ਉਹਨਾਂ ਦੀ ਪਛਾਣ ਹੋ ਜਾਵੇਗੀ। ਜਾਂ ਮੈਂ ਪਰ ਪ੍ਰਤੀਬਿੰਬ ਸੋਜਾਂ ਕੋ। ਕਹਿੰਦੇ ਇਹਦੇ ਵਿੱਚ ਜਿਹਦਾ ਪ੍ਰਤੀਬਿੰਬ ਪਵੇਗਾ, ਰਿਫਲੈਕਸ਼ਨ ਪਵੇਗਾ। ਇੱਕ ਬਿੰਬ ਹੁੰਦਾ, ਇੱਕ ਪ੍ਰਤੀਬਿੰਬ ਹੁੰਦਾ। ਆਪਾਂ ਸ਼ੀਸ਼ੇ ਦੇ ਸਾਹਮਣੇ ਜਾਂਦੇ ਆ, ਆਪਣਾ ਜਿਹੜਾ ਆ ਫੇਸ ਹੈ ਨਾ, ਇਹ ਤਾਂ ਬਿੰਬ, ਜਿਹੜਾ ਸ਼ੀਸ਼ੇ ਦੇ ਵਿੱਚ ਦਿਸ ਰਿਹਾ ਉਹਨੂੰ ਕਹਿੰਦੇ ਨੇ ਪ੍ਰਤੀਬਿੰਬ। ਹਾਂਜੀ। ਉਨ ਮਾਨੁਖ ਮੁਖ ਦੀਸੇ ਤਾਂ ਕੋ। ਕਹਿੰਦੇ
ਇਹਦੇ ਵਿੱਚ ਜਿਹਦਾ ਰਿਫਲੈਕਸ਼ਨ ਪਵੇਗਾ ਉਹਦਾ ਬੰਦੇ ਵਾਲਾ ਚਿਹਰਾ ਦਿਸੇਗਾ। ਸੋ ਜਾਨੋ ਇਹ ਹੈ ਅਵਤਾਰਾ। ਇਹਦੇ ਵਿੱਚ ਜਦੋਂ ਤੈਨੂੰ ਦਰਸ਼ਨ ਹੋਣਗੇ, ਉਹਨਾਂ ਦੇ ਦਰਸ਼ਨ ਹੋਣਗੇ, ਤੂੰ ਜਾਣ ਲਈ ਇਹ ਨਿਰੰਕਾਰ ਦਾ ਰੂਪ ਪਰਮੇਸ਼ਰ ਦਾ ਅਵਤਾਰ ਹਨ। ਤਿਸ ਤੇ ਤੇਰੋ ਹੋਏ ਉਧਾਰਾ। ਇਹਦੇ ਤੋਂ ਤੇਰਾ ਉਧਾਰ ਹੋ ਜਾਏਗਾ, ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਤੇਰਾ ਕਲਿਆਣ ਹੋ ਜਾਏਗਾ। ਅਨਕ ਜਨਮ ਜੈ ਨਰ ਜਗ ਪਾਏ। ਇਸ ਬੰਦੇ ਨੇ ਸੰਸਾਰ ਦੇ ਵਿੱਚ ਅਨੇਕਾਂ ਹੀ ਜਨਮ ਧਾਰਨ ਕੀਤੇ ਹੋਣ, ਨਾਨਾ ਜੋਨ ਵਿਖੇ ਜੋ ਆਏ। ਨਾਨਾ ਪ੍ਰਕਾਰ ਦੀਆਂ ਅਨੇਕ ਪ੍ਰਕਾਰ ਦੀਆਂ ਵਿੰਗੀਆਂ ਟੇਢੀਆਂ ਜੂਨਾਂ ਵਿੱਚ ਜੀਵ ਆਇਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪੁੱਠੀਆਂ ਵਿੰਗੀਆਂ ਟੇਢੀਆਂ ਕਈ ਪ੍ਰਕਾਰ ਦੀਆਂ ਜੂਨਾਂ ਨੇ ਸਾਧ ਸੰਗਤ ਜੀ। 42 ਲੱਖ ਜੂਨਾਂ ਪਾਣੀ ਵਿੱਚ ਨੇ, 42 ਲੱਖ ਸੁੱਕੀ ਧਰਤੀ ਤੇ ਨੇ। ਤੇ ਪਰਮੇਸ਼ਰ ਦੀ ਰਚਨਾ ਬੜੀ ਵਿਚਿੱਤਰ ਹੈ। 84 ਲੱਖ ਜੂਨਾਂ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ 184 ਮੇਦਨੀ ਵਧੈ ਨਾ ਘਟੈ ਉਤਾਏ। ਅੱਜ ਕੱਲ ਕਈ ਕਹਿੰਦੇ ਕਿਹਨੇ ਗਿਣੀਆਂ ਨੇ? ਗੁਰੂ ਨਾਨਕ ਦੇਵ ਜੀ ਨੇ ਗਿਣੀਆਂ ਨੇ ਸਾਧ ਸੰਗਤ ਜੀ, ਅਸੀਂ ਤਾਂ ਨਹੀਂ ਗਿਣੀਆਂ, ਪਰ ਗੁਰੂ ਸਾਹਿਬ ਨੇ ਗਿਣੀਆਂ ਨੇ। ਉਹਨਾਂ ਨੇ ਲਿਖਿਆ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਬਾਣੀ ਪੜ੍ਹ ਲਓ, ਉਹਦੇ ਵਿੱਚ ਆਉਂਦਾ 184 ਮੇਦਨੀ ਘਟੈ ਨਾ ਵਧੈ ਉਤਾਏ। ਕਹਿੰਦੇ ਇਹ ਖੇਡ ਕਾਲ ਪੁਰਖ ਨੇ ਬਣਾਈ ਹੋਈ ਹੈ। ਉਹ ਜਿਹੜੀ 84 ਲੱਖ ਜੂਨਾਂ ਦੀ ਖੇਡ ਹੈ, ਉਹਦੇ ਵਿੱਚ ਜੀਵ ਪਿਆ ਰਹਿੰਦਾ, ਜੰਮਦਾ ਮਰਦਾ ਹੈ। ਤਿੰਨ ਕੋ ਮੁਖ ਇਸ ਦਰਪਨ ਮਾਈ। ਕਹਿੰਦੇ ਜਿਹੜੇ ਬੰਦੇ ਤੇਰੇ ਸਾਹਮਣੇ ਹਜ਼ਾਰਾਂ ਹੀ ਆਉਣਗੇ, ਲੱਖਾਂ ਹੀ ਬੰਦੇ ਮਿਲਦੇ ਬੰਦੇ ਨੂੰ ਜ਼ਿੰਦਗੀ 'ਚ, ਆਪਾਂ ਨੂੰ ਵੀ ਮਿਲਦੇ ਆ। ਕਹਿੰਦੇ ਜਿੰਨੇ ਵੀ ਬੰਦੇ ਦੇਖੇਗਾ, ਇਹ ਸ਼ੀਸ਼ੇ 'ਚ ਮੂੰਹ ਦੇਖੇਗਾ ਉਹਨਾਂ ਦਾ। ਮਾਨੁਖ ਕੇ ਦੀਸੇ ਕਬ ਨਾਈ। ਉਹ ਤੈਨੂੰ ਬੰਦੇ ਦੇ ਸਿਰ 'ਚ ਨਹੀਂ ਦਿਸਣਗੇ। ਇੱਧਰ ਤਾਂ ਬੰਦਾ ਖੜਾ ਹੋਵੇਗਾ, ਦਾ ਰਿਫਲੈਕਸ਼ਨ ਜਿਹੜਾ ਹੋਵੇਗਾ ਉਹ ਹੋਰ ਕਿਸੇ, ਕੋਈ ਸੱਪ ਹੋਏਗਾ, ਕੋਈ ਗਧਾ ਹੋਏਗਾ, ਕੋਈ ਕੁੱਤਾ ਹੋਏਗਾ, ਕੋਈ ਬਿੱਲਾ ਹੋਏਗਾ, ਕੋਈ ਬਗਿਆੜ ਹੋਏਗਾ, ਉਧਰ ਦਿਸੇਗਾ ਦੂਜੇ ਪਾਸੇ। ਉਹ ਤੈਨੂੰ ਪਤਾ ਲੱਗੇਗਾ ਵੀ ਇਹ ਜੂਨਾਂ ਵਾਲਾ ਹੈ, ਇਹ 84 ਲੱਖ ਜੂਨਾਂ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੈਨੂੰ ਉੱਥੋਂ ਪਤਾ ਲੱਗੇਗਾ। ਹਾਂਜੀ। ਗੁਰ ਤੇ ਲੇਕਰ ਮੁਕਰ ਸੁਆਵਾ। ਉਸ ਦਿਨ ਦਾ ਮੈਂ ਸ਼ੀਸ਼ਾ ਰੱਖਿਆ ਹੋਇਆ, ਉਹ ਸ਼ੀਸ਼ਾ ਮੈਂ ਆਪਣੇ ਗੁਰੂ ਤੋਂ ਲੈ ਲਿਆ। ਤਬ ਕੋ ਮੈਂ ਇਹ ਥਾਨ ਰਹਾਵਾ। ਇਹ ਇੱਥੇ ਰਹਿੰਦਾ ਹਾਂ ਮੈਂ ਮਹਾਰਾਜ ਜੰਗਲ ਦੇ ਵਿੱਚ। ਜਦੋਂ ਕੋਈ ਆਉਂਦਾ ਹੈ ਮਾਰ ਕੇ ਖਾ ਲੈਂਦਾ ਹਾਂ। ਤੇ ਮਹਾਰਾਜ ਮੈਂ ਸਾਰਿਆਂ ਨੂੰ ਮਾਰਨ ਤੋਂ ਪਹਿਲਾਂ ਇਸ ਸ਼ੀਸ਼ੇ 'ਚ ਦੇਖਦਾ ਵੀ ਹਾਂ। ਗੈ ਕਰ ਆਨੇ ਮਨੁਜ ਕਨੇਰੇ। ਬੜੇ ਬੰਦੇ ਮਾਰੇ ਆ ਮੈਂ, ਬੜੇ ਹੀ ਫੜ ਕੇ ਮੈਂ ਲਿਆਉਂਦਾ ਸੀ, ਸ਼ੀਸ਼ੇ ਦੇ ਸਾਹਮਣੇ ਕਰਦਾ ਸੀ। ਜਦੋਂ ਬੰਦਾ ਫੜ ਕੇ ਸ਼ੀਸ਼ੇ ਦੇ ਸਾਹਮਣੇ ਕਰਦਾ ਸੀ ਤੇ ਉਹ ਸੱਪ ਬਣਿਆ ਹੁੰਦਾ ਸੀ, ਕੋਈ ਬਗਿਆੜ ਬਣਿਆ ਹੁੰਦਾ ਸੀ, ਕੋਈ ਕੁੱਤਾ ਹੁੰਦਾ ਸੀ, ਕੋਈ ਬਿੱਲਾ ਹੁੰਦਾ ਸੀ, ਕੋਈ ਗਧਾ ਹੁੰਦਾ ਸੀ, ਕੋਈ ਸੂਰ ਹੁੰਦਾ ਸੀ। ਤੇ ਮੈਂ ਤੜ ਕੇ ਖਾ ਲੈਂਦਾ ਸੀ ਮਹਾਰਾਜ। ਬੜੇ ਬੰਦੇ ਲਿਆਂਦੇ ਮੈਂ। ਹਾਂਜੀ। ਮੁਕਰ ਵਿਖੇ ਪ੍ਰਤੀਬਿੰਬ ਸੋਹੇਰੇ। ਇਸ ਸ਼ੀਸ਼ੇ ਵਿੱਚ ਮੈਂ ਉਹਨਾਂ ਦਾ ਰਿਫਲੈਕਸ਼ਨ ਦੇਖਦਾ ਸੀ। ਪਹਿਲਾਂ ਉਹਨਾਂ ਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕਰਦਾ ਸੀ, ਜਿਹਨੂੰ ਵੀ ਮੈਂ ਲਿਆਂਦਾ ਸੀ। ਜਦੋਂ ਸ਼ੀਸ਼ੇ ਦੇ ਸਾਹਮਣੇ ਦੇਖਦਾ ਸੀ ਉਹ ਤਾਂ ਮੈਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਉਹ ਅਵਤਾਰ ਨਹੀਂ ਜਿਹਨੇ ਮੇਰੀ ਮੁਕਤੀ ਕਰਨੀ ਹੈ। ਇਹ ਤਾਂ ਕੋਈ ਕਿਸੇ ਜੂਨਾਂ 'ਚੋਂ ਭਟਕਿਆ ਹੋਇਆ ਇੱਥੇ ਆਇਆ ਹੈ। ਸ਼ੂਕਰ ਕੂਕਰ ਖਰ ਖਗ ਸ਼ੇਰਾ। ਮਹਾਰਾਜ ਹਜ਼ਾਰਾਂ ਬੰਦੇ ਮੈਂ ਲਿਆਂਦੇ, ਕੋਈ ਸੂਰ, ਕੋਈ ਕੁੱਤਾ, ਕੋਈ ਪੰਛੀ, ਕੋਈ ਸ਼ੇਰ, ਕੋਈ ਬਗਿਆੜ ਨਿਕਲਦਾ ਸੀ। ਇਤਿਆਦਿਕ ਸਭ ਕੋ ਮੁਖ ਹੇਰਾ। ਇਸ ਸ਼ੀਸ਼ੇ ਵਿੱਚ ਮਹਾਰਾਜ ਮੈਨੂੰ ਸਭ ਦਿਸਦਾ ਸੀ। ਸਾਧ ਸੰਗਤ ਜੀ, ਇਹ ਅਨੁਭਵ ਦਾ ਸ਼ੀਸ਼ਾ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਕੋਈ ਜਾਦੂ ਕਰਨ ਵਾਲਾ ਸ਼ੀਸ਼ਾ ਨਾ ਸਮਝ ਲੈਣਾ ਵੀ ਜਿਵੇਂ ਸਰਕਸ ਵਾਲਿਆਂ ਕੋਲ ਹੁੰਦਾ ਹੈ ਜਾਂ ਮਦਾਰੀਆਂ ਕੋਲ ਹੁੰਦਾ ਹੈ। ਇਹ ਅਨੁਭਵ ਦਾ ਸ਼ੀਸ਼ਾ ਹੈ। ਗੁਰੂ ਪਾਤਸ਼ਾਹ ਜਿਸ ਤੇ ਤੁੱਠਦੇ ਨੇ ਉਹਨੂੰ ਦਿੰਦੇ ਨੇ। ਉਹਦੀ ਵਿਦਿਆ ਸੀ, ਉਦੋਂ ਗਿਆਨ ਸੀ, ਪਰ ਕਰਮ ਮਾੜਾ ਹੋ ਗਿਆ, ਇਸ ਕਰਕੇ ਗੁਰੂ ਨੇ ਉਹਨੂੰ ਸਰਾਪ ਦੇਤਾ। ਉਹਨੇ ਮਾਫੀ ਮੰਗ ਲਈ, ਉਹਨੂੰ ਸ਼ੀਸ਼ਾ ਦੇਤਾ। ਖੇਡ ਬੜੀ ਬਰੀਕ ਚੱਲ ਰਹੀ ਆ, ਪਤਾ ਨਹੀਂ ਕਿੰਨੇ ਜਨਮਾਂ ਦੀ ਚੱਲ ਰਹੀ, ਕੋਈ ਅੰਤ ਨਹੀਂ। ਆਪਾਂ ਕਿੰਨੇ ਜਨਮਾਂ 'ਚ ਘੁੰਮ ਕੇ ਆਏ ਆ, ਕੀ ਕੁਝ ਵੇਖਿਆ ਕੋਈ ਪਤਾ ਨਹੀਂ।
ਅੱਗੇ ਪਤਾ ਨਹੀਂ ਕੀ ਹੋਣਾ, ਕੋਈ ਪਤਾ ਨਹੀਂ। ਜੇ ਗੁਰੂ ਨਾਨਕ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ। ਸੋ ਮੈਂ ਵੇਖਦਾ ਸੀ ਕੋਈ ਸੱਪ ਨਿਕਲ ਆਉਂਦਾ ਸੀ, ਕੋਈ ਬਘਿਆੜ, ਕੋਈ ਕੁੱਤਾ, ਕੋਈ ਬਿੱਲਾ। ਹਾਂਜੀ, ਤੁਮਰਾ ਮਾਨੁਖ ਬਦਨ ਦਿਸਾਨਾ। ਅੱਜ ਪਹਿਲੀ ਵਾਰ ਤੁਹਾਡੇ ਦਰਸ਼ਨ ਹੋਏ, ਸ਼ੀਸ਼ੇ ਦੇ ਸਾਹਮਣੇ ਮੈਂ ਵੇਖਿਆ ਤੁਹਾਡਾ ਮਨੁੱਖਾਂ ਵਾਲਾ ਹੀ ਹੈ। ਤੁਹਾਡੇ ਚਿਹਰੇ ਦੇ ਉੱਤੋਂ ਜਦੋਂ ਰਿਫਲੈਕਸ਼ਨ ਪਿਆ ਹੈ, ਪ੍ਰਤੀਬਿੰਬ ਪਿਆ ਹੈ, ਤਾਂ ਉਹ ਬਦਲਿਆ ਨਹੀਂ। ਲੋਕਾਂ ਦਾ ਹੋਰ ਹੁੰਦਾ, ਪਰ ਤੁਹਾਡਾ ਇਸੇ ਤਰ੍ਹਾਂ ਦਾ ਹੀ, ਜਿਵੇਂ ਇੱਧਰ ਖੜੇ ਹੋ ਸ਼ੀਸ਼ੇ 'ਚ ਵੀ ਉਦਾਂ ਦੇ। ਬਾਕੀ ਮਹਾਰਾਜ ਇਹਦੇ 'ਚ ਸਾਰੇ ਦੂਸਰੇ ਰੂਪ 'ਚ ਦਿਸਦੇ ਨੇ। ਹਾਂਜੀ, ਜਿਨ ਕੇ ਪਰਸੇ ਸਰਾਪ ਮਿਟਾਨਾ। ਤੁਹਾਡੇ ਦਰਸ਼ਨ ਹੋ ਗਏ ਨੇ, ਮੇਰੇ ਸਰਾਪ ਮਿਟ ਗਏ ਨੇ। ਮੇਰੇ ਗੁਰੂ ਨੇ ਕਿਹਾ ਸੀ ਵੀ ਉਹਨਾਂ ਦਾ ਚਿਹਰਾ ਹੋਵੇਗਾ ਵੀ ਉਹ ਜਿੱਦਾਂ ਦੇ ਹੋਣਗੇ ਉਦਾਂ ਦੇ ਦਿਸਣਗੇ ਸ਼ੀਸ਼ੇ ਵਿੱਚ, ਬਾਕੀ ਨਹੀਂ ਦਿਸਣਗੇ। ਬਾਕੀ 84 ਲੱਖ ਜੂਨਾਂ ਨੇ, ਉਹ ਜੂਨਾਂ ਭੋਗਣ ਵਾਲਿਆਂ ਦਾ ਤੇ ਜੂਨਾਂ ਦਾ ਸਾਰਾ ਹਿਸਾਬ ਕਿਤਾਬ ਆਏਗਾ ਵਿੱਚ, ਸਾਰਾ ਡਾਟਾ ਨਿਕਲੇਗਾ। ਜਿਵੇਂ ਕੰਪਿਊਟਰ 'ਚੋਂ ਨਿਕਲ ਆਉਂਦਾ ਉਹ ਨਿਕਲੇਗਾ ਸਾਰਾ। ਪਰ ਜਿਹੜੇ ਹੋਣਗੇ ਪਰਮੇਸ਼ਰ ਦਾ ਅਵਤਾਰ, ਉਹ ਜਿੱਦਾਂ ਦੇ ਹੋਣਗੇ ਉਦਾਂ ਦੇ ਦਿਸ ਜਾਣਗੇ, ਉਹਨਾਂ ਦੇ ਫਰਕ ਨਹੀਂ ਪਏਗਾ। ਮਹਾਰਾਜ ਸਤਿ ਸ੍ਰੀ ਅਕਾਲ। ਅਸ ਬਿਦੁ ਤੋ ਮੋਏ ਬਿਰਤੰਤਾ। ਗੁਰੂ ਜੀ, ਮੇਰਾ ਇਸ ਤਰ੍ਹਾਂ ਦਾ ਬਿਰਤਾਂਤ, ਏਦਾਂ ਦੀ ਮੇਰੀ ਗੱਲ, ਏਦਾਂ ਦੀ ਮੇਰੀ ਕਥਾ ਹੈ। ਅਬ ਦੀਜੇ ਆਇਸ ਭਗਵੰਤਾ। ਹੇ ਪਰਮੇਸ਼ਰ ਜੀ, ਹੇ ਸਤਿਗੁਰੂ ਜੀ, ਹੇ ਕਿਰਪਾ ਨਿਧਾਨ ਜੀ, ਹੁਣ ਮੈਨੂੰ ਆਗਿਆ ਦਿਓ। ਪੁੰਨ ਲੋਕ ਕੇ ਵਿਖੇ ਸਿਧਾਉ। ਮਹਾਰਾਜ ਮੈਂ ਇਹ ਜਾਮਾ ਤਿਆਗ ਕੇ, ਇਹ ਚੋਲਾ ਛੱਡ ਕੇ ਪੁੰਨ ਲੋਕ ਵਿੱਚ ਚਲਾ ਜਾਵਾਂ, ਜਿੱਥੇ ਆਨੰਦ ਹੈ, ਸੁੱਖ ਹੈ, ਟਿਕਾ ਹੈ, ਸ਼ਾਂਤੀ ਹੈ। ਉੱਥੇ ਮੈਨੂੰ ਥਾਂ ਦੇ ਦਿਓ। ਮੇਰੀ ਇਹ ਜਨਮ ਮਰਨ ਵਾਲੀ, ਇਹ ਪੁੱਠੀਆਂ ਜੂਨਾਂ ਵਿੱਚ ਪੈਣ ਵਾਲੀ ਜਿਹੜੀ ਦੁਰਦਸ਼ਾ ਹੋ ਰਹੀ ਹੈ, ਇਸ ਤੋਂ ਮੇਰਾ ਖਹਿੜਾ ਛੁਡਾ ਦਿਓ। ਹਾਂਜੀ, ਤੁਮਰੇ ਦਰਸ਼ਨ ਕੋ ਸੁਖ ਪਾਉ। ਆਪ ਜੀ ਦੇ ਦਰਸ਼ਨਾਂ ਦਾ ਸੁਖ ਮਿਲੇ। ਉੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਮੈਨੂੰ ਬਖਸ਼ ਦਿਓ ਸਤਿਗੁਰੂ ਜੀ। ਸੁਰ ਤਨ ਹੋਏ ਕਰ ਨਮੋ ਪਧਾਰਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਆਗਿਆ ਲਈ, ਤੇ ਉਹਦਾ ਕਾਇਆ ਕਲਪ ਹੋ ਗਿਆ। ਉਹ ਜਿਹੜਾ ਰਾਖਸ਼ਾਂ ਵਾਲਾ ਭਿਆਨਕ ਸਰੂਪ ਸੀ ਨਾ, ਡਰਾਉਣਾ ਜਿਹਾ, ਉਹ ਬਦਲ ਗਿਆ। ਦੇਵਤਿਆਂ ਵਰਗਾ ਸੁੰਦਰ ਸਰੂਪ ਹੋ ਗਿਆ, ਕਾਇਆ ਕਲਪ ਹੋ ਗਈ, ਦੇਵ ਰੂਪ ਹੋ ਗਿਆ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹ ਕੌਡਾ ਰਾਖਸ਼ ਦੇਵਤਿਆਂ ਵਰਗਾ ਸੁੰਦਰ ਸਰੂਪ ਹੋ ਕੇ ਸੱਚਖੰਡ ਨੂੰ ਚਲਾ ਗਿਆ। ਮਰਦਾਨੇ ਕੋਤਕ ਸੋ ਨਿਹਾਰਾ। ਭਾਈ ਮਰਦਾਨਾ ਇਹ ਸਾਰਾ ਕੁਝ ਦੇਖ ਰਿਹਾ ਸੀ, ਉਹ ਸਾਰਾ ਕੌਤਕ ਵੇਖ ਕੇ ਹੈਰਾਨ ਹੋ ਗਿਆ। ਬੰਦਨ ਪਦ ਅਰਬਿੰਦ ਕਰੰਤੂ। ਭਾਈ ਮਰਦਾਨਾ ਜੀ ਉੱਠੇ ਤੇ ਗਰੀਬ ਨਵਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਹੇ ਗਰੀਬ ਨਵਾਜ, ਤੇਰੀਆਂ ਤੂੰ ਹੀ ਜਾਣਦਾ, ਮੈਨੂੰ ਕੀ ਪਤਾ ਸੀ ਕੀ ਹੋ ਰਿਹਾ। ਮੇਰੀ ਤਾਂ ਜਾਨ ਲੰਮਾਂ ਤੇ ਆ ਗਈ ਸੀ। ਮੈਂ ਤਾਂ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਵੇਖ ਲਿਆ ਸੀ ਅੱਜ, ਪਰ ਤੇਰੀ ਖੇਡ ਦਾ ਕੋਈ ਪਤਾ ਨਹੀਂ। ਮੇਰੇ ਸਤਿਗੁਰੂ, ਤੂੰ ਕਿਵੇਂ ਤਾਰਨਾ ਹੈ, ਕਿੱਥੇ ਤਾਰਨਾ ਹੈ, ਕਿਸ ਨੂੰ ਤਾਰਨਾ ਹੈ, ਕਿਉਂ ਤਾਰਨਾ ਹੈ, ਤੂੰ ਹੀ ਜਾਣਦਾ ਹੈ। ਹਾਂਜੀ, ਤਨ ਤਨ ਪ੍ਰਭ ਧਨ ਪਨੰਤੂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਧੰਨ ਹੋ, ਧੰਨ ਹੋ, ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ। ਸ਼੍ਰੀ ਪ੍ਰਭ ਇਸ ਦਰਪਨ ਕੋ ਲੀਜੈ। ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਇਹ ਸ਼ੀਸ਼ਾ ਹੁਣ ਆਪਾਂ ਲੈ ਲਈਏ। ਇਹ ਸ਼ੀਸ਼ਾ, ਇਹ ਬਿਰਤੀ ਆ ਸਾਧ ਸੰਗਤ ਜੀ, ਦੇਖੋ ਕਿੱਥੇ ਆ ਜਾਂਦੀ ਹੈ। ਕਹਿੰਦਾ ਮਹਾਰਾਜ ਇਹ ਸ਼ੀਸ਼ਾ ਲੈ ਲਈਏ ਹੁਣ ਆਪਾਂ। ਹੈ ਅਦਭੁਤ ਨਿਜ ਨਿਕਟ ਰਖੀਜੈ। ਬੜਾ ਕਮਾਲ ਦੀ ਚੀਜ਼ ਹੈ ਮਹਾਰਾਜ, ਬੜੀ ਇਹ ਤਾਂ ਜਾਦੂ ਦੀ ਛੜੀ ਹੈ ਕਿ ਇਹੋ ਜਿਹਾ ਸ਼ੀਸ਼ਾ ਮਹਾਰਾਜ ਦੇਖੋ ਸਾਹਮਣੇ ਚਿਹਰਾ ਕਰੋ। ਜਿਹੜਾ ਤੇ ਕੋਈ ਬ੍ਰਹਮ ਗਿਆਨੀ ਹੈ ਉਹਦਾ ਤਾਂ ਸਾਫ਼ ਦਿਸਦਾ, ਤੁਹਾਡੇ ਵਰਗੇ ਦਾ। ਬਾਕੀਆਂ ਦਾ ਮਹਾਰਾਜ ਪਿਛਲਾ ਹਿਸਾਬ ਕਿਤਾਬ ਖੁੱਲ੍ਹ ਆਉਂਦਾ, ਸਾਰਾ ਡਾਟਾ ਖੁੱਲ ਜਾਂਦਾ, ਕਰਤੂਤਾਂ ਸਾਰੀਆਂ ਸਾਹਮਣੇ ਆ ਜਾਂਦੀਆਂ।
ਇਹ ਆਪਾਂ ਰੱਖ ਲਈਏ ਸਤਿਗੁਰੂ ਜੀ ਸ਼ੀਸ਼ਾ। ਸੁਨ ਕਰ ਪਨੇ ਗਰੀਬ ਨਿਵਾਜੂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਮਰਦਾਨੇ ਦੀ ਗੱਲ ਸੁਣ ਕੇ ਬੋਲ ਪਏ, ਇਸ ਦਰਪਨ ਤੇ ਕਿਆ ਹੋਏ ਕਾਜੂ। ਸਤਿਗੁਰੂ ਕਹਿੰਦੇ ਮਰਦਾਨਿਆ ਇਹ ਸ਼ੀਸ਼ੇ ਨਾਲ ਆਪਣਾ ਕੀ ਸੁਧਰ ਚੱਲਿਆ, ਆਪਾਂ ਨੂੰ ਇਹਦੀ ਕੀ ਲੋੜ ਹੈ। ਇਹ ਜਾਦੂ ਦੇ ਸ਼ੀਸ਼ੇ ਨੇ, ਛੋਟੀਆਂ ਚੀਜ਼ਾਂ ਨੇ, ਸਾਡੇ ਕੋਲ ਵੱਡਾ ਸ਼ੀਸ਼ਾ ਹੈ ਅਨੁਭਵ ਪ੍ਰਕਾਸ਼। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਮੁਕਰ ਵਿਚਾਰ ਰੂਪ ਜਿਨ ਪਾਸਾ। ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਵਿਚਾਰ ਰੂਪੀ ਸ਼ੀਸ਼ਾ ਹੈ, ਵਿਵੇਕ ਦਾ ਸ਼ੀਸ਼ਾ ਹੈ, ਉਹਨਾਂ ਨੂੰ ਇਸ ਸ਼ੀਸ਼ੇ ਦੀ ਲੋੜ ਨਹੀਂ ਹੈ। ਤਿਨ ਕੋ ਆਤਮ ਹੋਤ ਪ੍ਰਕਾਸ਼ਾ। ਜਿਨ੍ਹਾਂ ਕੋਲ ਵਿਚਾਰ ਦਾ ਸ਼ੀਸ਼ਾ ਹੈ, ਵਿਚਾਰ ਕਰਨੀ ਕੀ ਹੈ, ਮੈਂ ਕੌਣ ਹਾਂ, ਇਹ ਸੰਸਾਰ ਕੀ ਹੈ, ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਮੈਂ ਕੀ ਹਾਂ। ਜਦ ਇਹ ਜਿਹੜੀ ਵਿਚਾਰ ਹੈ ਨਾ, ਮੈਂ ਕੀ ਹਾਂ, ਇਹ ਬਹੁਤ ਡੂੰਘੀ ਹੈ। ਬੁੱਲਾ ਕੀ ਜਾਣਾ, ਮੈਂ ਕੌਣ, ਮੈਂ ਕੌਣ। ਇਹਦੀ ਵਿਚਾਰ ਜਿਹਦੇ ਕੋਲ ਆ ਗਈ, ਉਹਨੂੰ ਹੋਰ ਸ਼ੀਸ਼ੇ ਦੀ ਲੋੜ ਨਹੀਂ ਹੈ। ਰਾਖੋ ਸੋ ਸਦੀਵ ਨਿਜ ਸੰਗਾ। ਮਹਾਰਾਜ ਕਹਿੰਦੇ ਮਰਦਾਨਿਆ ਉਹ ਸ਼ੀਸ਼ਾ ਆਪਣੇ ਕੋਲ ਰੱਖੋ, ਇਹ ਆਪਾਂ ਕੀ ਚੁੱਕੀ ਫਿਰਾਂਗੇ, ਇਹਦੀ ਕੀ ਲੋੜ ਹੈ, ਇਹ ਆਪਣੇ ਕੰਮ ਦਾ ਨਹੀਂ। ਉਹਦੇ ਗੁਰੂ ਨੇ ਉਹਦੇ ਤੇ ਤਰਸ ਕਰਕੇ ਉਹਦੀ ਅਵਸਥਾ ਵੇਖ ਕੇ ਦਿੱਤਾ ਸੀ, ਉਹਦੇ ਵਾਸਤੇ ਉਹਨੂੰ ਲੋੜ ਸੀ, ਸਾਨੂੰ ਨਹੀਂ ਲੋੜ। ਸਾਡੀ ਅਵਸਥਾ ਇਸ ਤੋਂ ਗਾਂਹ ਦੀ ਹੈ। ਸਾਡੇ ਕੋਲ ਤੇ ਬ੍ਰਹਮ ਵਿਚਾਰ ਹੈ। ਬ੍ਰਹਮ ਵਿਚਾਰ ਦੇ ਵਿੱਚ ਸਾਰੇ ਹੀ ਪਰਦੇ ਖੁੱਲ੍ਹਦੇ ਜਾਂਦੇ ਆ, ਸਾਰੀਆਂ ਪਰਤਾਂ ਨਿਕਲਦੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਐਵੇਂ ਨਹੀਂ ਲਿਖਤਾ ਹੇਮਕੁੰਡ ਪਰਬਤ ਦੀ ਕਥਾ। हेमकुंड पर्वत है जहाँ सप्त श्रृंग शोभत है, तहाँ तह हम अधिक तपस्या साधी, महाकाल काल का राधी, ये विद कर तपस्या भयो, द्वैते एक रूप होए गयो। वो जिहड़ी कथा लिखी है ਉਹਦਾ ਸਾਰਾ ਫਿਰ ਫਾਰਮੂਲਾ ਵੀ ਲਿਖਿਆ। ਕੋਈ ਚੀਜ਼ ਬਣਾ ਦਈਏ ਤੇ ਉਹਦਾ ਫਾਰਮੂਲਾ ਨਾ ਹੋਵੇ ਤੇ ਅਗਲੇ ਪੜਨ ਵਾਲਿਆਂ ਨੂੰ ਹੋ ਜਾਂਦਾ ਵੀ ਇਹ ਪਤਾ ਨਹੀਂ ਕਿਵੇਂ ਕੱਢ ਲਈ ਗੱਲ ਪਿਛਲੇ ਜਨਮ ਦੀ। ਉਹ ਲਿਖਿਆ ਅਗਲੇ 14ਵੇਂ ਅਧਿਆਏ ਵਿੱਚ, ਕਹਿੰਦੇ ਮਨਸਾ ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਕੋ ਸੁਭ ਕਿਰਿਆ ਪੜਾਈ, ਜਬ ਮਨਸਾ ਮਨ ਮਿਆ ਵਿਚਾਰੀ, ਗੁਰ ਮਨੁਆ ਕਾ ਕਹਿਓ ਸੁਧਾਰੀ। ਮਨ ਸਾਡਾ ਗੁਰੂ ਹੈ, ਮਨ ਦੀ ਸੂਖਸ਼ਮ ਜਿਹੜੀ ਬਿਰਤੀ ਹੈ ਅੰਤःਕਰਨ ਦੀ, ਉਹ ਮਾਤਾ ਹੈ। ਉਹ ਦੋਵਾਂ ਦਾ ਜਦੋਂ ਸੰਪਰਕ ਹੁੰਦਾ ਗੁਰੂ ਦਾ ਤੇ ਮਨਸਾ ਦਾ, ਮਨ ਦਾ ਤੇ ਮਨਸਾ ਦਾ, ਭਾਵ ਬਿਰਤੀ ਇਕਾਗਰ ਹੋ ਜਾਂਦੀ, ਆਪਣੇ ਆਪ ਨੂੰ ਦੇਖਦਾ। ਜਦੋਂ ਆਪਣੇ ਅੰਦਰ ਜਾਂਦਾ ਤੇ ਆਪਣੇ ਪਿਛਲੇ ਅਗਲੇ ਸਾਰੇ ਜਨਮਾਂ ਦੀ ਕਹਾਣੀਆਂ ਖੁੱਲ ਜਾਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਪ੍ਰਗਟ ਹੋ ਜਾਂਦਾ। ਸਤਿਗੁਰੂ ਕਹਿੰਦੇ ਅਸੀਂ ਉੱਥੋਂ ਲੱਭਿਆ ਖਜ਼ਾਨਾ। ਕੋਈ ਕੱਲ ਨੂੰ ਪੁੱਛੇ ਵੀ ਗੁਰੂ ਸਾਹਿਬ ਹੇਮਕੁੰਟ ਸਾਹਿਬ ਤੇ ਗਏ, ਤੁਹਾਡੇ ਕੋਲ ਕੀ ਸਬੂਤ ਹੈ? ਉਹ ਕਹਿੰਦੇ ਸਾਡਾ ਅਨੁਭਵ ਹੀ ਇਹਦਾ ਸਬੂਤ ਹੈ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਾਡਾ ਅਨੁਭਵ ਹੈ, ਅਸੀਂ ਅਨੁਭਵ ਕੀਤਾ ਹੈ, ਅਨੁਮਾਨ ਨਹੀਂ ਕੀਤਾ। ਅਨੁਮਾਨ ਵਿੱਚ ਤੇ ਅਨੁਭਵ ਵਿੱਚ ਬੜਾ ਫਰਕ ਹੁੰਦਾ ਹੈ। ਅਨੁਮਾਨ ਗਲਤ ਵੀ ਹੋ ਜਾਂਦਾ ਹੈ, ਅਨੁਭਵ ਗਲਤ ਨਹੀਂ ਹੁੰਦਾ, ਅਨੁਭਵ ਸਹੀ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਕੋਲ ਤੇ ਅਨੁਭਵ ਦਾ ਸ਼ੀਸ਼ਾ ਹੈ। ਅਨੁਭਵ ਦੇ ਸ਼ੀਸ਼ੇ ਦੇ ਸਾਹਮਣੇ ਆ ਕੱਚ ਦਾ ਸ਼ੀਸ਼ਾ ਕੀ ਕਰਨਾ ਹੈ? ਹਾਂਜੀ। ਸਦਾ ਆਨੰਦ ਕਰੇ ਭ੍ਰਮ ਭੰਗਾ। ਮਹਾਰਾਜ ਕਹਿੰਦੇ ਜਿਹਨੇ ਆਤਮ ਵਿਚਾਰ ਆ ਗਈ ਹੈ, ਜਿਹਨੇ ਆਪਣੇ ਅੰਦਰ ਝਾਤੀ ਪਾ ਲਈ ਹੈ, ਆਪਣੀ ਜੋਤ ਨੂੰ ਪਛਾਣ ਲਿਆ ਹੈ, ਉਹਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਹਦੇ ਸਾਰੇ ਭਰਮ ਦੂਰ ਹੋ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਗੁਰਬਾਣੀ ਸਾਰੀ ਇਹ ਕਹਿੰਦੀ ਹੈ ਵੀ ਅੰਦਰੋਂ ਖੋਜੋ ਆਪਣੇ ਅੰਦਰ, ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿੱਥੋਂ ਆਇਆ। ਅੰਦਰ ਖੋਜੈ ਸੋਲ ਹੈ ਪਾਏ ਰਤਨ ਵਿਚਾਰਾ। ਜਿਹੜਾ ਅੰਦਰ ਖੋਜੇਗਾ ਉਹ ਪਾਏਗਾ। ਬਾਹਰ ਭਟਕਦੇ ਰਹੋ, ਭਾਵੇਂ 100 ਜਨਮ ਭਟਕੋ, 1000 ਜਨਮ ਭਟਕੋ, ਲੱਖਾਂ ਜਨਮ ਭਟਕੋ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਤੇਰੇ ਨਾਲ ਬੈਠਾ ਹੋਇਆ, ਉਹਨੂੰ ਲੱਭ। ਤੇ ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਉੱਥੋਂ ਲੱਭਿਆ ਹੋਇਆ, ਸਾਨੂੰ ਬਾਹਰ ਜਾਣ ਦੀ, ਬਾਹਰ ਢੂੰਡਣ ਤੇ ਛੂਟ ਪਰੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਬਾਹਰ ਢੂੰਡਣ ਤੇ ਛੂਟ ਪਰੇ, ਬਾਹਰ ਢੂੰਡਣ ਤੋਂ ਹਟ ਗਏ ਹੁਣ ਅਸੀਂ, ਮੁੱਕ ਗਈ ਗੱਲ ਬਾਹਰ ਢੂੰਡਣ ਦੀ, ਕਿੱਥੇ ਜਾਈਏ ਲੱਭਣ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂ ਜਾਇਆ ਥਾ।
माणिक पायो रे पायो हर पूरा पाया था, मोल अमोल न पाया जाई, कर कृपा गुरु दिवाया था। और गुरु ने कृपा की थी। गुरु तो बिना कोई दुनिया की ताकत नहीं है उस रूप का ज्ञान करा सके। सत श्री अकाल। हाँ जी। पुचंग चंद नमो शारदा रूप दोखं हरंती। महाराज हुण दूसरा अगला अध्याय शुरू कर रहे भाई संतोख सिंह जी। कहते उस ब्रह्म विद्या बाणी नूं नमस्कार है जो सार दा, सार मैंने श्रेष्ठ निचोड़ कढ़ के, जिवें दुध दा निचोड़ कढ़ीए की निकलदा जे? मक्खण। तिलां चों की निकलदा जे? तेल। ते साध संगत जी जे सारे संसार दा कोई निचोड़ निकलदा तो वह बाणी है। आखो श्री वाहे। ब्रह्म विद्या, ब्रह्म विद्या, वो ब्रह्म विद्या जो सानू देण वाली शक्ति अकाल पुरख के अनुसार दा कहंदे हैं, वो दोषां नू दूर करन वाली है। सदा मंगला बुद्ध दैनी जयंती। वो खुशी देंदी है। गुरबाणी सानू खुशी देंदी है। पढ़दे आपां जदों गुरबाणी किसे नू दुख देंदी है? सुख ही देंदी है। मंगल रूप है अते बुद्ध दैनी। इस मत नू प्रकाश करी जो बाणी पढ़ी जाओगे तुहाडी बुद्धि प्रकाश हुंदी जाएगी, प्रकाश ही प्रकाश हुंदा जाएगा। हाँ जी। पवा पहरा दास की इच्छ पूरा। भै नू दूर करन वाली है ते दासां दी इच्छा पूर्ण करन वाली है गुरु की बाणी। प्रकाशी तू ही 14 लोक पूरा। 14 लोकां विच मेरे सतगुरु तेरी बाणी दा प्रकाश है, रोशनी है, ज्ञान है। चौपाई भरथरी कोडे केर प्रसंगा। भरथरी दा ते कौडे राक्ष दा प्रसंग सुन श्री अंगद प्रेम उमंगा। भाई बाला जी ने सुनाया ते गुरु अंगद देव जी प्रेम नाल सुनिया ते सुनदे सुनदे गुरु अंगद देव जी दे रोम जिहड़े से ना शरीर दे खड़े हो गए। ये प्रेम नाल कथा सुननी भी, कथा करन नालों साध संगत जी सुनन दा महत्व ज्यादा जे। मैं अपना अनुभव दसां, हुण इत्थों उठ के बाहर जाना, मैं भुल जाना भी कथा की हुई है। तुहानू नहीं भुलनी, अद्धी पचद्धी याद रहूगी। सुनने वाले का ज्यादा फल है करन वाले नालों। पर करन वाले नूं इन्ना फायदा भी जिन्ना चलो कथा कर रहा उहदा ध्यान भी नहीं बाहर जाता, उहदा उत्थे ही रहिंदा। जे बाहर जावांगे तो कथा भुल जाएंगे। सानू इन्ना क लाभ है 1 घंटे का, तुहानू 24 घंटे का तुसीं याद रख सकते। महाराज कृपा करे साडे ते भी कर देवे। संगत दी निगाह पै जांदी है ते भला हो जांदा। आखो सतनाम श्री वाहे। कौडे दा प्रसंग सुनिया, भरथरी महर्षि दा प्रसंग सुनिया ते श्री गुरु अंगद देव जी दे रोम रोम जिहड़े सी ना वो खिड़ गए। लगी समाद जुटे जुग नैना। प्रेम दे विच भिजे होए श्री गुरु अंगद देव जी दे नेत्र बंद हो गए ते समाधि लग गई। अंग अडोल न उचरत बैना। शरीर दे हाथ पैर हिलणों हट गए। जिथे बैठे सी ना चौकड़े च अडोल उत्थे ही समाधि विच लीन हो गए। श्रोता बकता हट कर सबई। भाई बाला जी ने कथा दा भोग पाता। घंटा 2 घंटे कथा होंदी, सारा 24 घंटे ते कर नहीं सकता। किन्ना करे, अखीर नूं हर चीज की समाप्ति होंदी। कीर्तन होवे, कथा होवे, अखंड पाठ, भोग ते पाना ही पैंदा ना। हुण श्रोता भी भोग उठ गए, सुनने वाले भी चले गए, कथा करन वाले भाई बाला जी भी चले गए। निज निज थान गए चल तबई। मत्था टेक के सतगुरां नूं अपनी अपनी जगह ते चा के विराज गए। बीत गए जब जाम 27 पैर बीत गए। 27 पैर 16 पैरां च अखंड पाठ हुंदा जे, 48 घंटे बनदे ते 27 पैर दा तुसीं हिसाब ला लिया। जे 3 घंटे दा एक पैर हुंदा ते 27 पैरां दा मतलब की होया? 27 नूं 3 नाल गुणा कर लो, इन्ने घंटे हो गए। मेरा ख्याल 80 घंटिया के नेड़े जा पहुंचा काम। 80-81 घंटे हो गए ना। इन्ना समा श्री गुरु अंगद देव जी इदा ही बैठे रहे। 80 घंटे महाराज गुरु अंगद देव जी नेत्र नहीं खोले, शरीर नहीं हिलाया, प्रसादा नहीं छकिया, पानी नहीं पीता,
अंदर ही बिरती ऐसी एकाग्र हो गई, ज्यों जल में जल आए खटाना, त्यों ज्योति संग जोत समाना। 27 पैर 80 घंटे लगभग श्री गुरु अंगद देव साहब जी बैठे रहे। तदप न चेत न तन आई। 81 घंटे बैठे रहे पर शरीर में सुरत नहीं आई। सुरत निरंकार दे देश चली गई। यही तो फर्क है, साड़ी सुरत थले है, महापुरुषों की सुरत उत्ते है। ये मन ले जो उन्मन रहे तो 3 लोक की बातें कह। अपनी मन की जिहड़ी सतह है वो थले पदार्थों वाल है, महापुरुषों की उपर निरंकार वाल है। जदों उपर चली जाती है तो फिर ब्रह्म का सारा ही पसारा खुल जाता। हाँ जी। खान पान इशनान बहीने। 81 घंटे श्री गुरु अंगद देव जी उठे नहीं, बैठे रहे, ना प्रसादा छकिया, ना पानी पीता ते ना ही इशनान किया। ये किरिया तो साडे वर्गियां वास्ते हुंदी है मर्यादा सारी। ब्रह्म ज्ञानी तो ब्रह्म रूप ही हुंदा, ओहदे ते किरिया नहीं लागू हुंदी। हाँ जी। बीते आसन एक असीने। इको आसन ते सतगुरु अंगद देव जी नूं बैठिया 80-81 घंटे लंघ गए। पै कर कोई न सके बुलाई। कोई डरदा मारा बुला भी नहीं सकता, कोई जाके समाधि चो हिला नहीं सकता। सतगुरु की बिरती जुड़ी हुई है। नेत्र खुलन, कोई बचन निकल जाए मुंह तो, वो बचन किद्दां दा होवे की पता की कर देण। इस करके अदब रखते सन, डर रखते सन, भै रखते सन सिख। वैसे पास पिखे दृग लाई। रोज सिख आउंदे सतगुरु जी दे कोल आके मत्था टेक के बैठ जाते, महाराज दे दर्शन करके उठ के चले जाते। पैरां दा खड़का भी नहीं करते भी सतगुरां दी समाधि भंग ना हो जावे। आखो श्री वाहे श्री वाहे। बौरो छुटी समाधि आनंदा। 80-81 घंटिया तो बाद समाधि खुली, बिरती थले आई, नेत्र खोले हन। उठ कर मज्जन कीन मुकंदा। उठ के सतगुरु जी ने इशनान कीता, खान पान करके निज सबई। और साध संगत जी लंगर प्रसाद छकिया। कथा समाज बुलावा तबई। लंगर प्रसाद छक के स्नान पान करके सुते नहीं। 80 घंटे बिना समाधि चों बाहर आए ने, कहते भाई बाले नूं बुलाओ, कथा सुनिए। इनू कहते कथा दा प्रेम। जिवें मच्छी पानी तो बिना नहीं जी सकती, गुरु का सिख बाणी तो बिना नहीं जी सकता। कहन लगे बुलाओ भाई बाला जी नूं, बुलाओ सारिਆਂ ਨੂੰ। जिन्ने कथा सुनने वाले सी सारे आ गए। श्रोता बक्ता सब चल आए। श्रोता भी आ गए ते कथा दे बक्ता भाई बाला जी भी आ गए। निज निज आसन बैठ सुहाए। अपनी अपनी थां ते चौकड़ियां मार के बैठ गए, सज गए। कथा कथन लागियो तब बाला। भाई बाला जी कथा फिर करन लगे, अगे इतिहास सुनाणगे। श्री अंगद जी सुने कृपाला। श्री गुरु अंगद देव जी सुन रहे ने, भाई बुढ़ा जी ब्रह्म ज्ञानी कथा सुन रहे ने, श्री गुरु अमरदास जी महाराज कथा सुन रहे ने, भाई जीवा जी ब्रह्म ज्ञानी कथा सुन रहे ने, धिंगा नाई जी कथा सुन रहे ने, बड़े बड़े गुरसिख ब्रह्म ज्ञानी कथा सुन रहे ने। सुनाण वाला भी ब्रह्म ज्ञानी है, सुनने वाले भी ब्रह्म ज्ञानी हैं। कथा कित्थे हो रही है? सतगुरु सच्चे पातशाह के स्थान मल अखाड़ा साहब, खडूर साहब। हाँ जी। आगे गवनी मुक्ति उदारा। महाराज गुरु नानक देव जी की कथा अगे शुरू हुई कि सतगुरु जी अगे किवें कित्थे कित्थे गए हैं। सो साध संगत जी ये प्रसंग हुण अगे चल पैना ते वो प्रसंग की लड़ी आपां अगले प्रकरण विच ही आनंद माणांगे। इत्थे ही समाप्ति करिए। धन गुरु नानक देव जी महाराज किरपा करन, साडे मनां विच भी प्रेम भगती की कणी पा देण, साडा ऐसे वारी आउणा संसार तो सफला हो जे। आ जिहड़ा जन्म मरण का चक्कर पिया होया है ते हर वेले डर डर के मर मर के जी रहे हाँ, कदी सुखी कदी दुखी, कदे हरख कदे सोग। ये कोई जिंदगी थोड़ा है, कदे हरख कदे सोग। ते इहदे विच निकल के उत्थे चलीए जिथे
ਉਹੀ ਉਹ ਹੋਵੇ, ਅਸੀਂ ਨਾ ਹੋਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰੇ। ਹੇ ਅਚੁਤ ਹੈ ਪਾਰ ਬ੍ਰਹਮ ਵਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਤ ਹੇ ਅਪਰੰਪਰ ਹਰ ਹਰੇ ਪੀਓ ਅਣਿਆਰ ਹੇ ਸੰਤ ਕੇ ਸਦਾ ਸੰਗ ਧਾਰਾਂ ਆਧਾਰ ਹੇ ਠਾਕੁਰ ਹੋ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾ ਕੋਈਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ